ਸੰਗਤ ਜੀ ਆਓ ਸਾਰੇ ਪਹਿਲਾਂ ਗੱਜ ਵੱਜ ਕੇ ਫਤਿਹ ਦੇ ਨਾਲ ਸਾਂਝ ਪਾਈਏ ਤੇ ਕਰੋ ਕਿਰਪਾ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਦਾ ਜੋ ਸ਼ਬਦ ਆਧਾਰ ਬਣਾਇਆ ਹੈ ਉਹ ਆਪ ਜੀ ਸਕਰੀਨ ਉੱਤੇ ਦੇਖ ਰਹੇ ਹੋ। ਇਹ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦਾ ਉਚਾਰਨ ਕੀਤਾ ਸ਼ਬਦ ਹੈ ਤੇ ਇਸ ਸ਼ਬਦ ਤਕਰੀਬਨ ਲਗਭਗ ਸੰਗਤਾਂ ਨੂੰ ਜ਼ਬਾਨੀ ਇਹ ਪੰਕਤੀਆਂ ਚੇਤੇ ਹਨ। ਸ਼ਬਦ ਭਾਵੇਂ ਹੋਰ ਵੀ ਹੈ, ਸਿਰਫ ਆਪਾਂ ਆਹ ਜਿਹੜੀਆਂ ਦੋ ਪੰਕਤੀਆਂ ਨੇ ਜਿਹੜੀਆਂ ਸਭ ਨੂੰ ਯਾਦ ਨੇ ਉਹ ਹੈ ਬਾਣੀ ਗੁਰੂ। ਅਰਥ ਬੜੇ ਸਰਲ ਹੀ ਨੇ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਇਹਦਾ ਮਤਲਬ ਇਹ ਬਣ ਗਿਆ ਇਸ ਬਾਣੀ ਦੇ ਵਿੱਚ ਗੁਰੂ ਆਪ ਹੈ, ਗੁਰੂ ਦੇ ਹੀ ਬਚਨ, ਗੁਰੂ ਦੇ ਬੋਲ, ਗੁਰੂ ਦੀ ਬਾਣੀ ਹੈ। ਇਹਦੇ ਵਿੱਚ ਸਾਰੇ ਆਤਮਿਕ ਜੀਵਨ ਦੇਣ ਵਾਲਾ ਪਰਮਾਤਮਾ ਦਾ ਨਾਮ ਜਲ ਐ ਨਕਾ ਨਕ ਭਰਪੂਰ ਹੈ। ਤੇ ਮਹਾਰਾਜ ਕਹਿੰਦੇ ਜੋ ਗੁਰੂ ਕਹਿ ਰਿਹਾ ਹੈ, ਜੋ ਗੁਰੂ ਦੇ ਬੋਲ ਕਹਿ ਰਹੇ ਹਨ, ਸੇਵਕ ਉਹਨੂੰ ਭਾਵਨਾ ਨਾਲ ਜੇ ਮੰਨ ਲਵੇ ਤੇ ਨਿਸ਼ਚੇ ਤੌਰ ਤੇ ਉਹ ਪਾਰ ਹੋ ਜਾਏਗਾ। ਪ੍ਰਤੱਖ ਗੁਰੂ ਨਿਸਤਾਰੇ ਦੇ ਅਰਥ ਨੇ ਨਿਸ਼ਚੇ ਤੌਰ ਤੇ ਉਹ ਇਸ ਭਵ ਸਾਗਰ ਨੂੰ ਤਰ ਜਾਏਗਾ ਜੇ ਉਹ ਗੁਰੂ ਦੇ ਬਚਨਾਂ ਉੱਤੇ ਚੱਲਣ ਦੀ ਕੋਸ਼ਿਸ਼ ਕਰੇ ਜਾਂ ਚੱਲ ਪਵੇ। ਜਿਹੜਾ ਇਹਦੇ ਸ਼ਬਦ ਦੇ ਅਰਥ ਨੇ। ਆਪਾਂ ਇਸੇ ਨੂੰ ਹੀ ਆਧਾਰ ਬਣਾ ਲਿਆ ਹੈ ਤੇ ਵਿਸ਼ਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਤਾ ਗੱਦੀ ਦਾ। ਹੁਣ ਇਹਨੂੰ ਜਦੋਂ ਅਸੀਂ ਸ਼ਬਦ ਨੂੰ ਲੈਣਾ ਗੁਰਤਾ ਗੱਦੀ ਤੇ ਸਾਨੂੰ ਸਭ ਤੋਂ ਪਹਿਲਾਂ ਜਾਣਾ ਪਏਗਾ ਪਿਛੋਕੜ ਵਿੱਚ ਵੀ ਇਹ ਸ਼ਬਦ ਆਇਆ ਕਿੱਥੋਂ। ਇਹ ਸ਼ਬਦ ਨੂੰ ਗੁਰਤਾ ਗੱਦੀ ਜਿਹੜੀ ਦਿੱਤੀ ਗਈ ਹੈ ਉਹਦੇ ਕਾਰਨ ਕੀ ਸਨ ਤੋਂ ਸ਼ੁਰੂਆਤ ਕਰਨੀ ਪੈਗੀ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ। ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਇਸ ਜਗਤ ਜਲੰਦੇ ਦਾ ਉਧਾਰ ਕਰਨ ਵਾਸਤੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਉਹਨਾਂ ਨੂੰ ਭੇਜਿਆ ਹੈ, ਜਿਹਨੂੰ ਅਸੀਂ ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚੋਂ ਪੜ੍ਹਦੇ ਹਾਂ ਕਿ ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਇਆ। ਜਾਂ ਅਸੀਂ ਸਤਿਗੁਰੂ ਦੀ ਭਾਈ ਸਾਹਿਬ ਭਾਈ ਗੁਰਦਾਸ ਦੇ ਬਚਨ ਪੜ੍ਹਦੇ ਹਾਂ ਕਿ ਸੁਣੀ ਪੁਕਾਰ ਦਾਤਾਰ ਪ੍ਰਭ ਗੁਰ ਨਾਨਕ ਜਗ ਮਾਹੇ ਪਠਾਇਆ। ਤੇ ਫਿਰ ਭਾਈ ਗੁਰਦਾਸ ਜੀ ਕਹਿੰਦੇ ਨੇ ਚੜ੍ਹਿਆ ਸੋਧਨ ਧਰਤ ਲੁਕਾਈ ਕਿਹਾ ਭਾਈ ਗੁਰਦਾਸ ਨੇ। ਇਹਦਾ ਮਤਲਬ ਜਦੋਂ ਸਤਿਗੁਰੂ ਧਰਤ ਲੁਕਾਈ ਦਾ ਭਲਾ ਕਰਨ ਲਈ ਤੁਰੇ ਨੇ ਉਦੋਂ ਸਾਹਿਬਦੇਵ ਜਿਹੜੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਫਿਰ ਉਸ ਵੇਲੇ ਜਿਹੜੀ ਬਾਣੀ ਮਿਲਦੀ ਹੈ, ਕਿਉਂਕਿ ਆਪਣਾ ਵਿਸ਼ਾ ਬਾਣੀ ਹੈ ਨਾ, ਇਸ ਕਰਕੇ ਗੁਰੂ ਕੀ ਬਾਣੀ। ਤੋ ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ 15 ਭਗਤਾਂ ਦੇ ਨਾਲ ਉਹਨਾਂ ਨਾਲ ਮਿਲਾਪ ਨਹੀਂ ਹੋ ਰਿਹਾ, ਪਰ ਜਿਹੜੇ ਉਹਨਾਂ ਦੇ ਪੈਰੋਕਾਰ ਸਨ 15 ਭਗਤਾਂ ਦੇ, ਉਹਨਾਂ ਤੋਂ ਸਤਿਗੁਰੂ ਮਹਾਰਾਜ ਜੀ ਨੇ ਬਾਣੀ ਇਕੱਤਰ ਕੀਤੀ ਹੈ। ਤੁਹਾਨੂੰ ਆਪ ਜੀ ਨੂੰ ਸੁਣ ਕੇ ਬੜੀ ਹੈਰਾਨਗੀ ਹੋਏਗੀ ਕਿ ਹੁਣ ਤੱਕ ਅਸੀਂ ਇਹ ਗੱਲ ਕਦੀ ਸੁਣੀ ਨਹੀਂ। ਅਸੀਂ ਸੁਣਦੇ ਹਾਂ ਕਿ 2 ਵਾਰਾਂ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਹੋਈ ਹੈ। ਇੱਕ ਵਾਰ ਉਦੋਂ ਜਦੋਂ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਪਹਿਲਾ ਪ੍ਰਕਾਸ਼ ਕੀਤਾ ਹੈ। ਦੂਸਰੀ ਸੰਪਾਦਨਾ ਆਏਗੀ ਆਪਾਂ ਜਦੋਂ ਗੁਰਤਾ ਗੱਦੀ ਦੀ ਗੱਲ ਕਰਾਂਗੇ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਦਮਦਮਾ ਸਾਹਿਬ ਦੀ ਧਰਤੀ ਤੇ। ਪਰ ਵਿਦਵਾਨ ਕਹਿੰਦੇ ਇੱਕ ਪੱਖ ਜਿਹੜਾ ਬੰਦਾ ਉਹਨੂੰ ਕਦੀ ਭੁੱਲ ਹੀ ਜਾਂਦਾ ਹੈ। ਔਰ ਸੱਚ ਜਾਣਿਓ ਮੇਰੀ ਵੀ ਸਮਝ ਵਿੱਚ ਨਹੀਂ ਸੀ ਕਦੀ ਇਹ ਗੱਲ ਆਈ। ਇੱਕ ਸੰਪਾਦਨਾ ਹੋਰ ਹੈ, ਉਹ ਹੈ ਜਿਹੜੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕੀਤੀ। ਸਭ ਤੋਂ ਪਹਿਲੀ ਸੰਪਾਦਨਾ ਗੁਰੂ ਨਾਨਕ ਮਹਾਰਾਜ ਜੀ ਨੇ ਕੀਤੀ ਹੈ। ਤੁਸੀਂ ਕਹੋਗੇ ਵੀ ਸੰਪਾਦਨਾ ਕਿਵੇਂ? ਕਿਉਂਕਿ 15 ਭਗਤਾਂ ਦੀ ਬਾਣੀ ਨੂੰ ਇਕੱਤਰ ਕਰਨ ਵਾਲੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਹਨ। ਇਸ ਕਰਕੇ ਪਹਿਲੀ ਸੰਪਾਦਨਾ ਸ਼ੁਰੂ ਹੁੰਦੀ ਹੈ ਗੁਰੂ ਨਾਨਕ ਸਾਹਿਬ। ਮੈਂ ਕੋਈ ਵੱਖਰਾ ਗੱਲ ਕਰਕੇ ਕੋਈ ਦੁਬਿਧਾ ਨਹੀਂ ਪਾਉਣ ਲੱਗਿਆ। ਸਿਰਫ ਜਦੋਂ ਗੁਰਮੁਖੋ ਖੋਜ ਕਰੋ ਨਾ ਤੇ ਕਈ ਵਾਰ ਕੀ ਹੁੰਦਾ ਸਾਡੀ ਸਮਝ ਵਿੱਚ ਨਹੀਂ ਗੱਲਾਂ ਹੁੰਦੀਆਂ। ਜਦੋਂ ਅਸੀਂ ਵਿਦਵਾਨਾਂ ਨੂੰ ਪੜ੍ਹਦੇ ਹਾਂ ਸੁਣਦੇ ਹਾਂ ਫਿਰ ਪਤਾ ਲੱਗਦਾ ਬਹੁਤ ਐਸੀਆਂ ਗੱਲਾਂ ਹੁੰਦੀਆਂ ਜਿਹੜੀਆਂ ਆਪਣੇ ਚੇਤੇ ਵਿੱਚ ਵੀ ਨਹੀਂ ਕਈ ਵਾਰ ਹੁੰਦੀਆਂ। ਤਾਂ ਇਹ ਬੜੀ ਚੰਗੀ ਗੱਲ ਲੱਗੀ ਕਿ ਜਦੋਂ ਇਹ ਸਮਝ ਆਈ ਕਿ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਪਹਿਲੀ ਸੰਪਾਦਨਾ ਉਹਨਾਂ ਕੀਤੀ ਹੈ, ਕਿਉਂਕਿ 15 ਭਗਤ ਸਾਹਿਬਾਨਾਂ ਦੀ ਬਾਣੀ ਨੂੰ ਇਕੱਤਰ ਕਰਨਾ। ਹੁਣ ਕੋਈ ਸਵਾਲ ਕਰ ਸਕਦਾ ਜੀ ਇਹਦਾ ਹਵਾਲਾ ਦਿਓ ਕੋਈ, ਕਿ ਗੁਰੂ ਨਾਨਕ ਸਾਹਿਬ ਦੀ ਸੰਪਾਦਨਾ ਦਾ ਕੋਈ ਹਵਾਲਾ ਦੇ ਸਕਦੇ ਹੋ? ਤੇ ਭਾਈ ਗੁਰਦਾਸ ਦੀਆਂ ਵਾਰਾਂ ਸਭ ਤੋਂ ਵੱਡਾ ਹਵਾਲਾ ਉਹਦੇ ਵਿੱਚੋਂ ਮਿਲਦਾ ਹੈ। ਭਾਈ ਸਾਹਿਬ ਕਹਿੰਦੇ ਗੁਰੂ ਨਾਨਕ ਦੇਵ ਮਹਾਰਾਜ ਜਦੋਂ ਅਰਬ ਦੇਸ਼ਾਂ ਵਿੱਚ ਜਾਂਦੇ ਆ, ਮਹਾਰਾਜ ਅਰਬ ਕੰਟਰੀਆਂ ਅਰਬ ਦੇਸ਼ਾਂ ਵਿੱਚ ਸਤਿਗੁਰੂ ਮਹਾਰਾਜ ਜੀ ਜਦੋਂ ਜਾਂਦੇ, ਇਸਲਾਮ ਧਰਮ ਜਿੱਥੇ ਹੈ ਉਹਨਾਂ ਦਾ ਬੋਲ ਬਾਲਾ ਹੈ, ਉਹਨਾਂ ਜਦੋਂ ਦੇਸ਼ਾਂ ਵਿੱਚ ਗੁਰੂ ਸਾਹਿਬ ਗਏ ਤੇ 2 ਉਦਾਹਰਨਾਂ ਭਾਈ ਸਾਹਿਬ ਨੇ ਸਾਨੂੰ ਇਸ ਗੱਲ ਦੀਆਂ ਦਿੱਤੀਆਂ ਨੇ। ਇੱਕ ਉਦਾਹਰਨ ਮਿਲਦੀ ਹੈ ਆਸਾ ਹੱਥ ਕਿਤਾਬ ਕਸ਼
ਕੂਜਾ ਬਾਗ ਮਸੱਲਾ ਧਾਰੀ। ਇਹ ਭਾਈ ਗੁਰਦਾਸ ਦੇ ਬੋਲ ਨੇ। ਆਸਾ ਹੱਥ ਭਾਵ ਕਿ ਗੁਰੂ ਨਾਨਕ ਮਹਾਰਾਜ ਦੇ ਹੱਥ ਵਿੱਚ ਇੱਕ ਸੋਟਾ ਹੈ ਤੇ ਕਿਤਾਬ ਕਸ਼। ਇਹਦਾ ਮਤਲਬ ਕਿਤਾਬ ਸ਼ਬਦ ਮਾੜਾ ਨਹੀਂ, ਇਹ ਗੁਰਮੁਖੋ ਅਰਬ ਦੇਸ਼ਾਂ ਦੀ ਬੋਲੀ ਦਾ ਸ਼ਬਦ ਹੈ। ਉਹਨਾਂ ਦੇ ਮੁਤਾਬਕ ਬੜੀ ਪਵਿੱਤਰ, ਜਿਹੜਾ ਉਹ ਕੁਰਾਨ ਨੂੰ ਵੀ ਕਿਤਾਬ ਕਹਿੰਦੇ ਹੈ, ਕਿਉਂਕਿ ਉਹਨਾਂ ਦਾ ਸ਼ਬਦ ਪਵਿੱਤਰ ਹੈ। ਇਸ ਕਰਕੇ ਕਦੇ ਸ਼ਬਦਾਂ ਦੇ ਪਿੱਛੇ ਨਹੀਂ ਪੈ ਜਾਈਦਾ ਕਿ ਕੋਈ ਕਹੇ ਲਓ ਜੀ ਇਹਨੇ ਕਿਤਾਬ ਕਹਿ ਦਿੱਤਾ। ਭਾਈ ਗੁਰਦਾਸ ਕਹਿੰਦੇ ਨੇ ਜਦੋਂ ਅਸੀਂ ਵੱਖ-ਵੱਖ, ਕਿਉਂਕਿ ਭਾਸ਼ਾਵਾਂ ਦੀ ਗੱਲ ਹੈ ਨਾ, ਤੇ ਕਈ ਭਾਸ਼ਾ ਵਿੱਚ ਇਹਦੇ ਅਰਥ ਪਵਿੱਤਰ ਨੇ। ਮੈਂ ਜਿਹੜੀ ਬੇਨਤੀ ਕਰਨ ਲੱਗਿਆ ਗੁਰਮੁਖੋ, ਭਾਈ ਗੁਰਦਾਸ ਕਹਿੰਦੇ ਨੇ ਆਸਾ ਹੱਥ ਕਿਤਾਬ ਕਸ਼ ਕੂਜਾ ਬਾਗ ਮਸੱਲਾ ਧਾਰੀ। ਇਹਦਾ ਮਤਲਬ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਇਸਲਾਮ ਧਰਮ ਦੇ ਲੋਕਾਂ ਕੋਲ ਜਾਂਦੇ ਹੈ, ਉਦੋਂ ਉਹਨਾਂ ਦੇ ਕੋਲ ਇੱਕ ਪੋਥੀ ਹੈ ਜਿਹਦੇ ਵਿੱਚ ਭਗਤ ਸਾਹਿਬਾਨਾਂ ਦੀ ਬਾਣੀ ਇਕੱਤਰ ਕੀਤੀ ਹੋਈ ਹੈ। ਦੂਸਰੀ ਉਦਾਹਰਨ ਕਿਹੜੀ ਹੈ? ਭਾਈ ਗੁਰਦਾਸ ਜੀ ਕਹਿੰਦੇ ਨੇ ਪੁੱਛਣ ਫੋਲ ਕਿਤਾਬ ਨੂੰ। ਇਹਦਾ ਮਤਲਬ ਦੂਜੀ ਉਦਾਹਰਨ ਮਿਲ ਗਈ ਨਾ, ਪੁੱਛਣ ਫੋਲ ਕਿਤਾਬ ਨੂੰ ਵੱਡਾ ਹਿੰਦੂ ਕਿ ਮੁਸਲਮਾਨ ਹੋਈ। ਇਹਦਾ ਮਤਲਬ ਉਹ ਪੁੱਛਦੇ ਆ ਮਹਾਰਾਜ ਜਿਹੜੀ ਤੁਹਾਡੇ ਕਸ਼ ਵਿੱਚ ਕਿਤਾਬ ਹੈ, ਇਹਦਾ ਮਤਲਬ ਹੋ ਗਿਆ ਜਿਹੜੀ ਤੁਹਾਡੇ ਕੋਲੇ ਪੋਥੀ ਹੈ ਜਿਹਦੇ ਵਿੱਚ ਤੁਸੀਂ ਇਹ ਆਪਣਾ ਜੋ ਵੀ ਇਹਦੇ ਵਿੱਚ ਬਚਨ ਲਿਖੇ ਨੇ ਤੁਸੀਂ ਜਾਂ ਇਕੱਤਰ ਕੀਤੇ ਨੇ। ਭਾਈ ਗੁਰਦਾਸ ਕਹਿੰਦੇ ਉਹਨਾਂ ਪੁੱਛਿਆ ਸਾਨੂੰ ਇਹ ਦੱਸੋ ਆਪਣੀ ਕਿਤਾਬ ਨੂੰ ਖੋਲ ਕੇ ਕਿ ਹਿੰਦੂ ਵੱਡਾ ਕਿ ਮੁਸਲਮਾਨ ਵੱਡਾ ਹੈ। ਤੇ ਗੁਰੂ ਸਾਹਿਬ ਨੇ ਉੱਤਰ ਦਿੱਤਾ ਸੀ ਬਾਬਾ ਆਕੇ ਹਾਜੀਆਂ ਸ਼ੁਭ ਅਮਲਾ ਬਾਜੋਂ ਦੋਨੋਂ ਰੋਈ। ਇਹਦਾ ਮਤਲਬ ਦੋ ਹਵਾਲੇ ਮਿਲ ਗਏ ਭਾਈ ਗੁਰਦਾਸ ਜੀ ਦੀਆਂ ਸਾਨੂੰ ਵਾਰਾਂ ਦੇ ਵਿੱਚੋਂ। ਇੱਕ ਹਵਾਲਾ ਆਪਾਂ ਹੋਰ ਲੈ ਲੈਂਦੇ ਹਾਂ, ਉਹ ਇਤਿਹਾਸ ਦੇ ਵਿੱਚੋਂ ਤੇ ਨਾਲ ਹੀ ਗੁਰਬਾਣੀ ਚੋਂ ਮਿਲ ਜਾਏਗਾ, ਤਾਂ ਕਿ ਇਹ ਗੱਲ ਕਲੀਅਰ ਹੋ ਜਾਏ ਵੀ ਗੁਰੂ ਨਾਨਕ ਸਾਹਿਬ ਨੇ ਸੱਚਮੁੱਚ ਹੀ ਪਹਿਲੀ ਜਿਹੜੀ ਸਾਧ ਸੰਗਤ ਸੰਪਾਦਨਾ ਕੀਤੀ 15 ਭਗਤ ਸਾਹਿਬਾਨਾਂ ਦੀ ਬਾਣੀ ਨੂੰ ਇੱਕ ਜਗ੍ਹਾ ਤੇ ਇਕੱਤਰ ਕੀਤਾ। ਉਹਦਾ ਹਵਾਲਾ ਅਸੀਂ ਗੁਰੂ ਗ੍ਰੰਥ ਸਾਹਿਬ ਚੋਂ ਲੈ ਲੈਂਦੇ ਹਾਂ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਨੇ ਕਿ ਬੇੜਾ ਬੰਧ ਨਾ ਸਕਿਓ ਬੰਧਨ ਕੀ ਬੇਲਾ, ਪਰ ਸਰਵਰ ਜਬ ਉਛਲੇ ਤਬ ਤਰਨ ਦੁਹੇਲਾ। ਇਹਦਾ ਮਤਲਬ ਬਾਬਾ ਫਰੀਦ ਸਾਹਿਬ ਕਹਿੰਦੇ ਉਹ ਬੰਦਿਆ ਜਦੋਂ ਟਾਈਮ ਸੀ, ਮੌਕਾ ਸੀ, ਵੇਲਾ ਸੀ, ਉਦੋਂ ਤੂੰ ਬੇੜਾ ਨਹੀਂ ਬੰਨਿਆ, ਤੇ ਇਹ ਜਿਹੜਾ ਬੇੜਾ ਨਾ ਬੰਨਣ ਕਰਕੇ ਭਰ ਸਰ ਜੋਬਨ ਉਛਲੇ ਤਬ ਤਰਨ ਦੁਹੇਲਾ, ਜਦੋਂ ਇਹ ਬੇੜਾ ਤਿਆਰ ਨਹੀਂ ਕੀਤਾ ਤਾਂ ਡੁੱਬ ਜਾਏਗਾ ਸੰਸਾਰ ਵਿੱਚ। ਤੇ ਬਾਬਾ ਫਰੀਦ ਸਾਹਿਬ ਨੇ ਬੇੜਾ ਦੱਸਿਆ ਨਹੀਂ ਵੀ ਬੰਨਣਾ ਕਿਹੜਾ ਹੈ, ਸਿਰਫ ਬੇੜਾ ਕਿਆ ਬੰਨ ਨਹੀਂ ਸਕਿਆ। ਗੁਰੂ ਨਾਨਕ ਮਹਾਰਾਜ ਜੀ ਨੇ ਜਦੋਂ ਸੰਪਾਦਨਾ ਕੀਤੀ ਹੈ, ਮੈਂ ਜਿਹੜੀ ਜ਼ਿਕਰ ਕਰ ਰਿਹਾ 15 ਭਗਤਾਂ ਦੀ ਬਾਣੀ ਦੀ, ਉਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਬਾਬਾ ਫਰੀਦ ਸਾਹਿਬ ਦੇ ਸ਼ਲੋਕ ਦੀ ਵਿਆਖਿਆ, ਉਹਨਾਂ ਦੇ ਬਚਨਾਂ ਦੀ ਸ਼ਬਦਾਂ ਦੀ ਵਿਆਖਿਆ ਆਪਣੇ ਸ਼ਬਦ ਰਾਹੀਂ ਕਰਦੇ ਨੇ। ਉਹਨਾਂ ਨੇ ਨਾਲ ਦਰਜ ਕਰ ਦਿੱਤਾ ਕਿ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਜਪ ਤਪ ਕਾ ਬੰਦ ਬੇੜ ਲਾ ਜਦ ਤਰਨ ਦੁਹੇਲਾ। ਮਹਾਰਾਜ ਕਹਿੰਦੇ ਆਹ ਹੈ ਜਪ ਤਪ ਦਾ ਸੇਵਾ ਸਿਮਰਨ ਦਾ, ਜਿਹਨੂੰ ਬਾਬਾ ਫਰੀਦ ਸਾਹਿਬ ਨੇ ਕਿਹਾ ਬੇੜਾ ਬੰਦ ਨਾ ਸਕਿਓ ਬੰਧਨ ਕੀ ਬੇਲਾ, ਉਹਨੂੰ ਗੁਰੂ ਨਾਨਕ ਸਾਹਿਬ ਕਹਿੰਦੇ ਜਪ ਤਪ ਕਾ ਬੰਦ ਬੇੜ ਲਾ। ਮਹਾਰਾਜ ਕਹਿੰਦੇ ਉਹ ਜਪ ਤਪ ਦਾ ਸੀ ਜਿਹੜਾ ਬਾਬਾ ਫਰੀਦ ਸਾਹਿਬ ਕਹਿ ਰਹੇ ਆ ਤੂੰ ਸੇਵਾ ਤੇ ਸਿਮਰਨ ਦਾ ਬੇੜਾ ਨਹੀਂ ਤਿਆਰ ਕੀਤਾ। ਇਹਦਾ ਮਤਲਬ ਸਪਸ਼ਟ ਹੋ ਗਿਆ ਵੀ ਉਸ ਵੇਲੇ ਜਿਹੜੀ ਭਗਤ ਸਾਹਿਬਾਨਾਂ ਦੀ ਬਾਣੀ ਸੀ ਗੁਰੂ ਮਹਾਰਾਜ ਦੇ ਕੋਲੇ, ਉਹਨੂੰ ਸਤਿਗੁਰੂ ਮਹਾਰਾਜ ਜੀ ਆਪਣੇ ਨਾਲ ਰੱਖਦੇ ਨੇ, ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਜੀ। ਫਿਰ ਸਾਹਿਬ ਨੇ ਕਿਰਪਾ ਕੀਤੀ 19 ਰਾਗਾਂ ਵਿੱਚ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬਾਣੀ ਉਚਾਰਨ ਕੀਤੀ ਹੈ। 19 ਰਾਗ ਨੇ ਜਿਹਦੇ ਵਿੱਚ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਆਪਣੀ ਬਾਣੀ ਹੈ। ਸਮਾਂ ਆਪਣੀ ਚਾਲੇ ਚੱਲਿਆ, ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਆ ਜਾਂਦੇ ਆ ਕਰਤਾਰਪੁਰ, ਜੋ ਪਾਕਿਸਤਾਨ ਵਿੱਚ ਅੱਜ ਵੀ ਸੰਗਤਾਂ ਦਰਸ਼ਨ ਕਰਨ ਜਾਂਦੀਆਂ, ਜਿਹੜੀਆਂ ਬਿਲਕੁਲ ਹੁਣ ਆਪਾਂ ਕਹਿੰਦੇ ਵੀ ਉੱਥੇ ਜਾ ਕੇ ਦਰਸ਼ਨ ਕਰ ਸਕਦੇ ਆ। ਉਸ ਕਰਤਾਰਪੁਰ ਸਤਿਗੁਰੂ ਮਹਾਰਾਜ ਜੀ ਆ ਕੇ ਟਿਕ ਜਾਂਦੇ ਆ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ। ਉਹਨਾਂ ਦੀ ਚਰਨ ਸ਼ਰਨ ਵਿੱਚ ਆਉਂਦੇ ਆ ਭਾਈ ਲਹਿਣਾ ਜੀ। 7 ਸਾਲ ਲੰਮਾ ਸਮਾਂ ਘਾਲਣ ਤੋਂ ਬਾਅਦ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਉਹਨਾਂ ਨੂੰ ਗੁਰਤਾ ਗੱਦੀ ਸੌਂਪ ਦਿੰਦੇ ਆ। ਹੁਣ ਮੈਂ ਲੜੀ ਚਲਾਉਣ ਲੱਗਿਆ, ਆਪਾਂ ਪਹੁੰਚਣਾ ਹੈ ਗੁਰੂ ਗ੍ਰੰਥ ਸਾਹਿਬ ਦੇ ਗੁਰਤਾ ਗੱਦੀ ਤੱਕ, ਤੇ ਆਪਾਂ ਸ਼ੁਰੂਆਤ ਕਰ ਲਈ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਜੀ ਤੋਂ, ਤੇ ਸ਼ਬਦ ਦੀ ਪ੍ਰਧਾਨਤਾ ਦੀ ਗੱਲ ਨਾਲ ਆਪਾਂ ਕਰੀ ਚੱਲਾਂਗੇ, ਕਿਉਂਕਿ ਗੁਰੂ ਨਾਨਕ ਮਹਾਰਾਜ ਜੀ ਨੇ ਸ਼ਬਦ ਦੀ ਪ੍ਰਧਾਨਤਾ ਉਦੋਂ ਹੀ ਕਹਿ ਦਿੱਤੀ ਸੀ ਜਦੋਂ ਸਿੱਧਾ ਨੇ ਕਿਹਾ ਸੀ ਕਵਣ ਗੁਰੂ ਕਿਸਕਾ ਤੂੰ ਚੇਲਾ, ਤੇਰਾ ਗੁਰੂ ਕਿਹੜਾ, ਤੂੰ ਕਿਹਦਾ ਚੇਲਾ ਹੈ। ਤੇ ਮਹਾਰਾਜ ਨੇ ਕਿਹਾ ਸਿੱਧ ਗੋਸ਼ਟ ਬਾਣੀ ਵਿੱਚ ਸ਼ਬਦ ਗੁਰੂ ਸੁਰਤ ਧੁਨ ਚੇਲਾ। ਉਹ ਗੁਰਮੁਖੋ ਇਹ ਗੱਲ ਪੱਲੇ ਬੰਨ ਲਿਓ ਜੇ ਸਾਰੇ, ਸਿੱਖ ਧਰਮ ਦੇ ਵਿੱਚ ਦੇਹਧਾਰੀ ਗੁਰੂ ਨਾ ਪਹਿਲਾਂ ਸੀ, ਨਾ ਹੈ ਤੇ ਨਾ ਹੋਵੇਗਾ। ਇਹ ਗੱਲ ਪੱਕੀ ਪੱਲੇ ਬੰਨ ਲਓ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤੋਂ ਸ਼ੁਰੂਆਤ ਹੋ ਜਾਂਦੀ ਇਹਦੀ। ਮੈਂ ਤੁਹਾਨੂੰ ਉਦਾਹਰਨ ਦਿਆਂਗਾ ਜਦੋਂ ਆਪਾਂ ਅੱਗੇ ਚੱਲਦੇ ਹਾਂ ਕਿ ਮਹਾਰਾਜ ਕਹਿੰਦੇ ਸ਼ਬਦ ਗੁਰੂ ਸੁਰਤ ਧੁਨ ਚੇਲਾ ਦੀ ਗੱਲ ਕੀਤੀ। ਮਹਾਰਾਜ ਕਹਿੰਦੇ ਸ਼ਬਦ ਗੁਰੂ ਹੈ ਤੇ ਸੁਰਤ ਉਹਦਾ ਚੇਲਾ ਹੈ। ਹੁਣ ਮਹਾਰਾਜ ਜਦੋਂ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਕਰਤਾਰਪੁਰ ਦੀ ਧਰਤੀ ਤੇ ਗੁਰਤਾ ਗੱਦੀ ਦੀ ਬਖਸ਼ਿਸ਼ ਕਰਦੇ ਆ ਮਹਾਰਾਜ,
ਉਸ ਵੇਲੇ ਜਿਹੜੀ ਸੰਪਾਦਨਾ ਕੀਤੀ ਸੀ ਆਪਣੀ ਬਾਣੀ ਤੇ ਭਗਤ ਸਾਹਿਬਾਨਾਂ ਦੀ ਬਾਣੀ ਦੀਆਂ ਜਿਹੜੀਆਂ ਪੋਥੀਆਂ ਸੀ ਗੁਰੂ ਨਾਨਕ ਮਹਾਰਾਜ ਜੀ ਦੇ ਕੋਲੇ, ਉਹ ਭਾਈ ਲਹਿਣਾ ਜੀ ਨੂੰ ਸਤਿਗੁਰੂ ਨੇ ਭੇਟ ਕੀਤੀਆਂ ਤੇ ਨਮਸਕਾਰ ਕਰਤੀ ਤੇ ਗੁਰਤਾ ਗੱਦੀ ਗੁਰੂ ਅੰਗਦ ਸਾਹਿਬ ਨੂੰ ਸੌਂਪ ਦਿੱਤੀ। ਜਿਹੜਾ ਮੈਂ ਕਿਹਾ ਨਾ ਦੇਹਧਾਰੀ ਗੁਰੂ ਨਹੀਂ ਹੋਵੇਗਾ, ਇਹ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਰੱਦ ਕਰ ਦਿੱਤਾ ਸੀ। ਕਿਉਂਕਿ ਸਤਿਗੁਰੂ ਜਦੋਂ ਗੁਰਤਾ ਗੱਦੀ ਗੁਰੂ ਅੰਗਦ ਸਾਹਿਬ ਨੂੰ ਸੌਂਪ ਦਿੰਦੇ ਹੈ, ਉਸ ਤੋਂ ਬਾਅਦ ਮਹਾਰਾਜ ਕੁਝ ਦਿਨ ਸਰੀਰਕ ਤੌਰ ਤੇ ਰਹਿੰਦੇ ਨੇ। ਉਸੇ ਦਿਨ ਨਹੀਂ ਮਹਾਰਾਜ ਜੋਤੀ ਜੋਤ ਸਮਾਏ, ਕੁਝ ਦਿਨ ਮਹਾਰਾਜ ਸਰੀਰਕ ਤੌਰ ਤੇ ਰਹੇ ਨੇ ਕਰਤਾਰਪੁਰ ਦੀ ਧਰਤੀ ਤੇ। ਜਿੰਨੇ ਦਿਨ ਗੁਰੂ ਸਾਹਿਬ 2 4 5 ਦਿਨ ਰਹੇ ਹੈ, ਉਹਨੇ ਦਿਨ ਮਹਾਰਾਜ ਸੰਗਤ ਵਿੱਚ ਆ ਕੇ ਬੈਠਦੇ ਰਹੇ। ਵੇਖੋ ਤੁਸੀਂ ਮਹਾਰਾਜ ਦੇ ਜਿਹੜੇ ਪੂਰਨੇ ਪਾ ਗਏ ਸਤਿਗੁਰੂ ਮਹਾਰਾਜ, ਸਤਿਗੁਰੂ ਸੰਗਤ ਵਿੱਚ ਆਠ ਕੇ ਬੈਠਦੇ ਰਹੇ ਤੇ ਗੁਰੂ ਅੰਗਦ ਦੇਵ ਮਹਾਰਾਜ ਉਪਦੇਸ਼ ਦਿੰਦੇ ਰਹੇ। ਕਿਸੇ ਸਿੱਖ ਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਨੂੰ ਮੱਥਾ ਨਹੀਂ ਟੇਕਿਆ ਜਦੋਂ ਗੁਰਤਾ ਗੱਦੀ ਗੁਰੂ ਅੰਗਦ ਸਾਹਿਬ ਕੋਲੇ ਆ ਗਈ। ਕਿੱਡੀ ਵੱਡੀ ਗੱਲ ਸੀ। ਮਹਾਰਾਜ ਨੇ ਸਰੀਰ ਨਾਲ ਉਦੋਂ ਤੋੜ ਦਿੱਤਾ ਸਾਨੂੰ ਕਿ ਦੇਹਾਂ ਨਾਲ ਨਹੀਂ, ਸਰੀਰਾਂ ਨਾਲ ਨਹੀਂ, ਤੁਸੀਂ ਸ਼ਬਦ ਨਾਲ ਜੁੜੇ ਹੋ ਜੇ। ਉਹ ਸ਼ਬਦ ਅੱਜ ਗੁਰੂ ਅੰਗਦ ਦੇਵ ਮਹਾਰਾਜ ਜੀ ਵਿੱਚ ਮੌਜੂਦ ਹੈ। ਤੇ ਗੁਰਮੁਖੋ ਵਾਰੀ ਆਈ ਗੁਰੂ ਅੰਗਦ ਸਾਹਿਬ ਜੀ ਦੀ, ਉਹਨਾਂ ਨੇ ਫਿਰ 63 ਸ਼ਲੋਕ ਉਚਾਰਨ ਕੀਤੇ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ। ਗੁਰੂ ਨਾਨਕ ਸਾਹਿਬ ਦੇ 19 ਰਾਗਾਂ ਚ ਬਾਣੀ, ਗੁਰੂ ਅੰਗਦ ਸਾਹਿਬ ਦੇ ਸਿਰਫ ਤੇ ਸਿਰਫ 63 ਸ਼ਲੋਕ ਨੇ ਜਿਹੜੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜਿਹੜੀਆਂ ਗੁਰਮੁਖੋ ਵਾਰਾਂ ਨੇ ਨਾ, ਇਹਨਾਂ ਵਾਰਾਂ ਵਿੱਚ ਦਰਜ ਕਰਤੇ। ਜਿੱਥੇ ਜਿੱਥੇ ਪੌੜੀਆਂ ਨਾਲ ਸ਼ਲੋਕ ਢੁਕਦੇ ਸੀ ਉਹ ਗੁਰੂ ਅਰਜਨ ਦੇਵ ਮਹਾਰਾਜ ਨੇ ਸੰਪਾਦਨਾ ਵੇਲੇ ਦਰਜ ਕਰ ਦਿੱਤੇ। ਮੈਂ ਕਿਹਾ 63 ਸ਼ਲੋਕ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ। ਸਮਾਂ ਆਪਣੀ ਚਾਲੇ ਚੱਲਦਾ ਹੈ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਗੁਰੂ ਅੰਗਦ ਸਾਹਿਬ ਦੀ ਚਰਨ ਸ਼ਰਨ ਵਿੱਚ ਆ ਜਾਂਦੇ ਆ। ਉਹਨਾਂ ਨੂੰ ਜਦੋਂ ਠੋਕਰ ਵੱਜਦੀ ਹੈ, ਉਹ ਆ ਜਾਂਦੇ ਸਤਿਗੁਰੂ ਗੁਰੂ ਅੰਗਦ ਸਾਹਿਬ ਦੀ ਸ਼ਰਨ ਵਿੱਚ। ਲੰਮਾ ਸਮਾਂ ਸਤਿਗੁਰੂ ਗੋਇੰਦਵਾਲ ਰਹਿੰਦੇ ਨੇ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਆਪਾਂ ਸਾਰੇ ਜਾਣਦੇ ਹਾਂ, ਸਤਿਗੁਰਾਂ ਦੀ ਸੇਵਾ ਵਿੱਚ ਜੁਟ ਗਏ। ਸਤਿਗੁਰਾਂ ਦੇ ਹੁਕਮ ਨਾਲ ਗੋਇੰਦਵਾਲ ਨਗਰ ਵਸਾਉਣਾ ਵੀ ਗੁਰੂ ਅੰਗਦ ਸਾਹਿਬ ਨੇ ਕਿਹਾ ਸੀ, ਉਹ ਜਾ ਕੇ ਵਸਾਓ ਪੁਰਖਾ। ਫਿਰ ਸਤਿਗੁਰੂ ਜਦੋਂ ਇੱਥੇ ਆਉਂਦੇ ਆ ਤੇ ਗੁਰੂ ਅੰਗਦ ਦੇਵ ਮਹਾਰਾਜ ਜੀ ਗੁਰਤਾ ਗੱਦੀ ਉਹ ਬਖਸ਼ ਦਿੰਦੇ ਆ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਨੂੰ। ਗੁਰੂ ਅਮਰਦਾਸ ਮਹਾਰਾਜ ਜੀ ਨੇ ਗੁਰੂ ਨਾਨਕ ਸਾਹਿਬ ਜੀ ਵਾਲੇ 19 ਰਾਗਾਂ ਦੀ ਵਰਤੋਂ ਕੀਤੀ ਹੈ ਤੇ 17 ਰਾਗਾਂ ਵਿੱਚ ਬਾਣੀ ਉਚਾਰਨ ਕੀਤੀ ਹੈ। ਗੁਰੂ ਨਾਨਕ ਸਾਹਿਬ ਦੇ 19 ਰਾਗ ਤੇ ਸਤਿਗੁਰੂ ਗੁਰੂ ਅੰਗਦ ਦੇਵ ਜੀ ਦੇ 63 ਸ਼ਲੋਕ ਤੇ ਗੁਰੂ ਅਮਰਦਾਸ ਮਹਾਰਾਜ ਜੀ ਦੀ 17 ਰਾਗਾਂ ਵਿੱਚ ਬਾਣੀ। ਉਹ 17 ਰਾਗ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਵਾਲੇ ਉਹਨਾਂ ਨੇ ਵਰਤੇ ਹਨ, ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ। ਹੁਣ ਸ਼ਬਦ ਦੀ ਪ੍ਰਧਾਨਤਾ ਦੀ ਗੱਲ ਕਿੰਨੀ ਕੀਤੀ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਨੇ। ਗੁਰਮੁਖੋ ਅਸੀਂ ਗੁਰਬਾਣੀ ਵਿੱਚੋਂ ਪੜ੍ਹਦੇ ਹਾਂ, ਜਿਹੜੇ ਨਿਤਨੇਮ ਕਰਦੀ ਹੈ ਸੰਗਤ, ਸਿੱਖ ਜਿਹੜੇ ਬੀਬੀਆਂ ਭੈਣਾਂ ਜੋ ਵੀ ਸੰਗਤ ਨਿਤਨੇਮ ਕਰਦੇ ਹੋ, ਆਪ ਜੀ ਨੂੰ ਪਤਾ ਕਿ ਅਸੀਂ ਗੁਰੂ ਅਮਰਦਾਸ ਮਹਾਰਾਜ ਜੀ ਦੀ ਆਨੰਦ ਸਾਹਿਬ ਦੀ ਬਾਣੀ ਦੇ ਇਹ ਸ਼ਬਦ ਸਭ ਨੂੰ ਚੇਤੇ ਹੋਣੇ ਚਾਹੀਦੇ ਹੈ। ਗੁਰੂ ਗ੍ਰੰਥ ਸਾਹਿਬ ਦੀ ਮਹਾਨਤਾ, ਸ਼ਬਦ ਦੀ ਮਹਾਨਤਾ ਇਹਨਾਂ ਸ਼ਬਦਾਂ ਵਿੱਚੋਂ ਝਲਕ ਪੈਂਦੀ ਹੈ। ਗੁਰੂ ਅਮਰਦਾਸ ਮਹਾਰਾਜ ਦਾ ਬਚਨ ਹੈ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ। ਕਿਹਾ ਮਹਾਰਾਜ ਨੇ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ। ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ। ਜਿਨ ਕੋ ਨਦਰ ਕਰਮ ਹੋਵੇ ਹਿਰਦੇ ਤਿਨਾ ਸਮਾਣੀ। ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਓ ਸਾਰੰਗ ਪਾਣੀ। ਕਹਿ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ। ਮਹਾਰਾਜ ਕਹਿੰਦੇ ਸੱਚੀ ਬਾਣੀ ਨੂੰ ਗਾਵੋ। ਗੁਰੂ ਅਮਰਦਾਸ ਮਹਾਰਾਜ ਨੇ ਆਨੰਦ ਸਾਹਿਬ ਦੀ ਬਾਣੀ ਵਿੱਚ ਇੱਕ ਸ਼ਬਦ ਦੀ ਇੰਨੀ ਵੱਡੀ ਪ੍ਰਧਾਨਤਾ ਬਿਆਨ ਕੀਤੀ ਹੈ ਕਿ ਮਹਾਨਤਾ ਬਿਆਨ ਕਰਦੇ ਹੈ। ਉਹ ਸ਼ਬਦ ਹੈ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਦੀ ਆਨੰਦ ਸਾਹਿਬ ਦੀ 6ਵੀਂ ਪੌੜੀ। ਗੁਰਮੁਖੀ ਗੱਲ ਚੇਤੇ ਰੱਖਿਓ, ਮੈਂ ਉਦਾਹਰਨ ਦੇਣ ਲੱਗਿਆ। ਪਹਿਲਿਆਂ ਸਮਿਆਂ ਦੇ ਵਿੱਚ ਜਦੋਂ ਘਰ ਕੱਚੇ ਸੀ ਨਾ, ਮੈਂ ਹੁਣ ਸ਼ਬਦ ਦੀ ਮਹਾਨਤਾ ਨਾਲ ਨਾਲ ਜ਼ਿਕਰ ਕਰਨ ਲੱਗਾ। ਜਦੋਂ ਪਹਿਲਿਆਂ ਟਾਈਮਾਂ ਵਿੱਚ ਘਰ ਕੱਚੇ ਸੀ, ਆਪ ਜੀ ਨੂੰ ਪਤਾ ਹੋਏਗਾ ਜਿਨ੍ਹਾਂ ਨੇ ਉਹ ਚੀਜ਼ ਦੇਖੀ ਹੋਏਗੀ ਕਿ 2 ਫੱਟੇ ਬੰਨ੍ਹ ਕੇ ਨਾ, ਦੋਹੀਂ ਬੰਨੀ ਫੱਟੇ ਬੰਨ੍ਹ ਕੇ ਤੇ ਵਿੱਚ ਮਿੱਟੀ ਪਾਈ ਜਾਂਦੇ ਹੁੰਦੇ ਸੀ। ਉਹਨੂੰ ਕੁੱਟੀ ਜਾਣਾ ਮਿੱਟੀ ਨੂੰ, ਉਹਦੀ ਕੰਧ ਬਣ ਜਾਂਦੀ ਸੀ। ਉਹਨੂੰ ਕਹਿੰਦੇ ਸੀ ਫੱਟਿਆਂ ਦੀ ਕੰਧ। ਤੇ ਜਾਂ ਫਿਰ ਕੱਚੀਆਂ ਇੱਟਾਂ ਦੀ ਕੰਧ ਵੀ ਤਿਆਰ ਕੀਤੀ ਜਾਂਦੀ ਸੀ। ਕਈ ਵਾਰ ਗਾਰੇ ਲਾ ਕੇ ਨਾ ਥੋੜਾ ਥੋੜਾ ਰੋਜ਼ ਲਾ ਲੈਣਾ, ਫਿਰ ਸੁੱਕ ਜਾਣਾ, ਫਿਰ ਲਾ ਲੈਣਾ, ਇਹ ਵੀ ਕੰਧਾਂ ਹੁੰਦੀਆਂ ਸਨ। ਤੇ ਗੁਰਮੁਖੋ ਜਦੋਂ ਉਹ ਕੱਚੀ ਕੰਧ ਭੁਰ ਜਾਏ ਜਾਂ ਕੱਚੀ ਕੰਧ ਨੂੰ ਇਉਂ ਕਹਿ ਲਓ ਕਿ ਉਹਨੂੰ ਅਸੀਂ ਉਹਨੂੰ ਥੋੜਾ ਬਹੁਤ ਠੀਕ ਕਰਨਾ, ਜਿੱਥੋਂ ਖਰਾਬ ਹੋਈ ਹੈ ਉੱਥੇ ਸੀਮੈਂਟ ਨਹੀਂ ਚੱਲੇਗਾ, ਉੱਥੇ ਬਜਰੀ ਨਹੀਂ ਚੱਲੇਗੀ। ਕੱਚੀ ਕੰਧ ਨੂੰ ਕੱਚੇ ਤਰੀਕੇ ਨਾਲ ਹੀ ਠੀਕ ਕੀਤਾ ਜਾ ਸਕਦਾ ਹੈ। ਤੇ ਗੁਰਮੁਖੋ ਅਗਲੀ ਗੱਲ, ਜਦੋਂ ਅੱਜ ਦੇ ਸਮੇਂ ਵਿੱਚ ਵੇਖੋ ਤੇ ਅੱਜ ਇਉਂ ਕਹਿ ਲਓ ਕਿ ਬਜਰੀ ਸੀਮੈਂਟ ਨਾਲ ਤਿਆਰ ਹੁੰਦੇ ਮਕਾਨ। ਅੱਜ ਬਜਰੀ ਸੀਮੈਂਟ ਨਾਲ ਕੰਧ ਤਿਆਰ ਕੀਤੀ, ਉਹਨੂੰ ਕੱਚੇ ਗਾਰੇ ਨਾਲ
सिर्फ गारे नाल ओहदा लेपन करके उन्होंने नहीं ठीक किया जा सकता, ਉਹਦੇ वास्ते बजरी ते सीमेंट ही काम करेगा। तुसीं कहोगे भी भाई साहब कहना की चाहुंदे, मैं कहना ये चाहुंदा गुरमुखो, गुरु अमरदास ने बड़ी वड्डी किरपा की। महाराज कहते ने शब्द तो परमात्मा ने संसार पैदा किया है, ये शब्द तो पैदा होया है। उत्पत परलो शब्द होवे, शब्दे ही फिर ओपत होवे। ये परलो भी शब्द नाल ते संसार भी शब्द नाल बनिया है। गुरु अमरदास महाराज जी कहते हैं जो शब्द नाल ही संसार बनिया तो सांझ भी परमात्मा की शब्द नाल ही हो सकती है। किड्डी वड्डी गल करके महाराज कहते शब्द नाल ही सांझ पै सकती। वो बचन है महाराज का, साची लिवै बिन देह निमाणी, देह निमाणी लिवै बाजों, क्या करे विचारिया, तुद बाज समरथ कोए नाही, किरपा कर बनवारिया, इस नूं होर थां नाही। कोई होर तरीका नहीं है कि असीं रब दे नेड़े हो जाइए, जब परमात्मा नाल आत्मा अभेद हो जाए, कोई भी होर जुगत तरीका नहीं है। इस नूं होर थां नाही, शब्द लाग सवारी। इहदा मतलब शब्द लाग सवारिया है, शब्द ही सानू परमात्मा तक लैके जाएगा। अगली बेनती हुण महाराज सुचेत इन्ना करदे है। महाराज कहंदे वेखो जिहड़ी बाणी है ना, इहदे च भुलेखा ना किते सिख खा जाण। अपने गुरु की बाणी पढ़िओ, जे इहदे विच कि कच्चे बोल ना पा देवे तो उसनूं महाराज कहंदे परख के पासे कर दिओ, क्योंकि तुसीं सिर्फ ते सिर्फ अपने गुरु की बाणी पढ़नी है। उत्थे महाराज का वचन है कि सतगुरु बिना होर कच्ची है बाणी, बाणी तां कच्ची सतगुरु बाजो होर कच्ची बाणी। कहंदे कच्चे सुणदे कच्चे, कच्ची आख वखाणी, हर हर नित करे रसना, कहया कछु न जानी, चित जिनका हिर लया माया, बोलन पै रवाणी, कहे नानक सतगुरु बाजो होर कच्ची बाणी। इहदा मतलब इन्ना सुचेत करता महाराज ने। गुरु अमरदास कहते बाणी सच्ची गायो जे, ते कच्ची बाणी का मतलब है जो गुरु ग्रंथ साहब महाराज जी तो बिना कोई होर शब्द की आराधना करनी, उन्होंने महाराज कहते कच्चे बोलने। आप जो गुरु ग्रंथ साहब जी का पहला प्रकाश पुरब मनाया सी ना, मैं उस दिन तुहानूं उदाहरणा दित्तियां सी। गुरमुखो बड़ा कुछ कोशिश की उन्होंने लोगों ने मिलगोभा करन दी, ये तुकां अपना दित्तियां ते लोकां दे मनां विच घर कर गईयां जिहड़ियां गुरु ग्रंथ साहब विच दर्ज नहीं हन। नानक नीवा जो चले लगे न तत्ती वाओ, ये कोई गुरु की बाणी नहीं है, सिर्फ ये मन घड़त बनाइया हुई। इनू कच्ची बाणी कहा गया है कि नानक नीवा जो चले लगे न तत्ती वाओ। ये कोई गुरबाणी की तुक नहीं है, पर शब्द नानक आया ना भुलेखा खा जाता बंदा। सतगुर पूरे काज रचाया, अपनी मेहर कराई, दासां दे कारज आप कराए, ये गुरु नानक की वडियाई। ये सिर्फ तो सिर्फ मन घड़त बनाइया हुई तुकां ने, शब्द गुरु नानक साहब दा विच वरत के ये बाणी नहीं है। खैर बहुत ने ऐसियां होर तुकां जिहड़ियां ने, मैं उधर ना जावां। तां तुहानूं क्या गुरमुखो सचेत रहना चाहिए सानू, ताकि असीं गुरु की बाणी दे भुलेगे किते कोई कच्चे बोल ना किसी दे पढ़ी चलीए। गुरु अमरदास महाराज कहते सच्ची बाणी। हुण एक शब्द हो लै लईए महाराज का, फिर आपां अगे चलदे हां। गुरु अमरदास महाराज जी, क्योंकि आपां गल कर रहे हैं गुरु ग्रंथ साहब की गुरता गद्दी ते शब्द की प्रधानता की गल करनी नाल। गुरु अमरदास महाराज जी कहते गुरु का शब्द जिहड़ा है, इन्नी वड्डी महानता गुरु अमरदास ने शब्द विच दर्ज कर दी। महाराज कहते एडा वड्डा ये शब्द है जो परमात्मा वाहिगुरू का बोल है, ये बराबर ते होर कोई भी शब्द जिहड़ा इन्नी महानता नहीं रखता। किन्नी बख्शिश की। गुर का शब्द रतन है, ये हीरियां नाल जड़िया शब्द है। गुर का शब्द रतन है, हीरे जित जड़ाओ, शब्द रतन जित मन लागा, यह हुआ सुआओ। शब्द सेती मन मिलिया, सच्चे लाया भाव, आपे हीरा रतन आपे जिसनू दे बुझाए, कहे नानक शब्द रतन है हीरा जित जड़ा। इन्नी महानता ये हीरियां नाल जड़िया गुरु का शब्द है। सतगुरु गुरु अमरदास महाराज जी ने 17 रागां विच बाणी उचारण की। समा आउंदा है सतगुरु गुरु रामदास महाराज जी का। सतगुरु गुरु रामदास महाराज जी गुरु अमरदास जी की शरण में आ गए। गुरमुखो आपां पिछले हफ्ते सतगुरां दा प्रकाश पुरब मनाया सी, विस्तार सहित जीवन ते आपां गल कीती सी। गुरु रामदास महाराज जी आ जाते गुरु अमरदास की चरण शरण विच, ते गुरमुखो सतगुरु गुरु रामदास महाराज जी ने फिर किरपा की। जिहड़ी बाणी 19 रागां च गुरु नानक साहब दी, जिहड़ी बाणी 17 रागां विच गुरु अमरदास महाराज जी दी, ते 30 रागां विच गुरु रामदास महाराज जी ने बाणी उचारण की है। 30 रागां विच जो पहला प्रकाश होया और 30 राग ही सन। महाराज ने किरपा की 30 रागां विच गुरु रामदास की बाणी, ते जिहड़े शब्द नूं आपां आधार बनाया अज, वो शब्द भी गुरु रामदास महाराज जी का ही है। बाणी गुरु, गुरु है बाणी,
विच बाणी अमृत सारे, गुर बाणी कह सेवक जन मानै, प्रतख गुरु निस्तारे। ये बचन सतगुरु गुरु रामदास महाराज जी का है। गुरमुखो सतगुरु गुरु रामदास महाराज जी को पोथियां तुरी आउंदियां ने, ਜਿਹੜੀਆਂ गुरु नानक साहब तो गुरु अंगद साहब कोले, गुरु अंगद तो गुरु अमरदास महाराज जी कोले, गुरु अमरदास महाराज जी तो गुरु रामदास महाराज जी कोले बाणी आ जाती है। समा आउंदा गुरु अर्जुन देव सच्चे पातशाह महाराज जी का। सतगुरु गुरु अर्जुन देव महाराज जी ने भी 30 रागां विच बाणी उचारण की है। तो गुरमुखो जो पहला प्रकाश सतगुरु गुरु अर्जुन देव महाराज ने किया, दूसरी संपादना हुण गुरु अर्जुन देव जी कर रहे। पहली गुरु नानक साहब, दूसरी सतगुरु गुरु अर्जुन देव महाराज जी। उन्होंने फिर 15 भगतां दी जिहड़ी बाणी सी सतगुरु महाराज जी दे कोले उहनूं दर्ज करता गुरु ग्रंथ साहब जी दे विच। 11 भट्ट साहिबानां दी बाणी दर्ज की इस ग्रंथ दे विच, 3 गुरसिखां दी बाणी की इस ग्रंथ विच दर्ज, ते गुरमुखो 5 गुरु साहिबानां दी बाणी उस वेले दर्ज सी जदों गुरु अर्जुन देव महाराज जी ने पहला प्रकाश किया है। जदों प्रकाश हो गया, आप सबनूं पता, क्योंकि आप गुरता गद्दी का विषय लेना है, प्रकाश के उत्ते आप ज़्यादा नहीं सिर्फ बोलना। मैं इन्नी बेनती कर लग्या कि गुरमुखो महाराज ने अपनी हयाती विच गुरु अर्जुन देव महाराज जी ने प्रकाश करवा दिता सचखंड श्री हरमंदर साहिब जी विखे। हुण समा आउंदा सतगुरु गुरु हरगोबिंद साहिब सच्चे पातशाह दा, क्योंकि गुरु अर्जुन देव जी तो बाद गुरु हरगोबिंद सच्चे पातशाह गुरता गद्दी ते विराजमान हुंदे है। गुरु हरगोबिंद सच्चे पातशाह महाराज जी ने कोई भी बाणी उचारण नहीं की। यह गल ध्यान च रखियो जी। सतगुरु गुरु हरगोबिंद सच्चे पातशाह ने कोई भी बाणी जिहड़ी है उचारण नहीं की। उन्होंने प्रचार जरूर किया गुरु की बाणी का। जिहड़े ये पहला प्रकाश हो चुकिया सी ना, गुरु हरगोबिंद सच्चे पातशाह ने प्रचार इसे बाणी का ही किया है, पर महाराज ने आप जिहड़ा बाणी उचार नहीं की। किन्नी सतगुरु महाराज बाणी का सत्कार किन्ना गुरु हरगोबिंद साहब के अंदर, ये सानू घटना का उत्थों पता लग जाता है। जो महाराज ये कहिंदे आ कोई सिख सानू गुरु नानक साहब की रसना तो उचारण की हुई बाणी जपजी शब्द का पाठ सुनावे। ये साखी आप जी ने कई बार सुनी, सानू कोई पाठ सुनावे, यदा मतलब गुरु हरगोबिंद महाराज जी गुरु मौजूद ने, 6वें पातशाह ने, पर बाणी प्रति उन्हों का वेखो भावना किदां दी है। महाराज कहते कोई सिख गुरु नानक साहब की बाणी जपजी शब्द का सानू पाठ सुनावे। फिर कहते भाई गोपाला जिन्होंने असीं इतिहास विचों पढ़ते हैं, उन्हें गुरु हरगोबिंद महाराज नूं बाणी का पाठ जिहड़ा सी ऐ शुद्ध उचारण किया, ते अर्थ भाव बड़े समझ में आउंदे सी। महाराज बड़े प्रसन्न होए, बहुत खुश होए। चलो भावें उहदे नाल कहानियां कई जुड़ियां भी गुरु साहब गुरता गद्दी दे लगे सी, उहदी सुरत घोड़ियां चलेगी। मैं उस गल नूं नहीं बहुता इन्नी अहमियत दिंदा कि गुरमुखो गुरु की गोद च बैठा सिख जपजी साहब का पाठ सुना रहा होवे ते ऐ गुरु हरगोबिंद साहब का सिर दे उत्ते हत्थ होवे ते अखीरलियां तुकां च आके असीं कह दईए घोड़ियां च सुरत लै गया। ये मन नहीं मनता इस गल नूं। ठीक है, इतिहासकारां ने जो लिखिया, हर गल इतिहासकारां दी सही नहीं हुंदी, उन्होंने अपनी समझ मुताबिक लिखना हुंदा है। पर सानू गुरु ग्रंथ साहब की बाणी जो सेध लैनी चाहिए है कि गुरमुखो गुरु हरगोबिंद सच्चे पातशाह महाराज जी ने हत्थ दे के सिख के सिर के उत्ते बाणी का पाठ आ महाराज ने सुनिया। इन्नी सतगुरु महाराज जी ने जिहड़ी सिख के उत्ते किरपा कर दी। समा आया गुरु हरगोबिंद सच्चे पातशाह महाराज जी ने गुरियाई अपने पोतरे नूं बख्शिश की है। पोतरे तो भाव सतगुरु गुरु हर राय साहब सच्चे पातशाह महाराज जी गुरु हरगोबिंद साहब के पोतरे ने, बाबा गुरदित्ता जी के पुत्र ने। गुरता गद्दी आ गई हुण सतगुरु गुरु हर राय साहब सच्चे पातशाह महाराज जी कोले, ते गुरु हर राय साहब महाराज ने कोई भी बाणी उचारण नहीं की। मैं हुण फिर बेनती ध्यान च रखियो, गुरु हरगोबिंद साहब ने कोई बाणी उचारण नहीं की, गुरु हर राय साहब सच्चे पातशाह ने कोई बाणी उचारण नहीं की, पर बाणी का प्रचार किया। नाल नाल मैं इस गल ते जोर दे रहा है कि गुरमुखो इसे गुरबाणी का ही प्रचार गुरु साहब करते रहे। एक इतिहास की घटना है जिहड़ी आपां सारे गुरु हरगोबिंद साहब गुरु हर राय साहब के जीवन तो कई बार सुन चुके हैं कि सतगुरु करतारपुर ने कीरतपुर साहब की धरती ते महाराज ने गुरु हर राय साहब सच्चे पातशाह शब्द की प्रधानता का नाल नाल विषय अपना चल रहा है। महाराज पलंग के उत्ते लेटे हुए ने गुरु हर राय साहब सच्चे पातशाह, सिख बाणी पढ़ते आ रहे ने ते महाराज के कन्नां विच बाणी की आवाज़ पई ते एकदम सतगुरु गुरु हर राय साहब उठ पे। इतिहास कहता जो उठे महाराज तो उन्हों का जिहड़ा गोडा सी ना काहली नाल उठण करके पलंग दे नाल वज गया ते महाराज के गोडे दे विचों खून भी सिमिया, जो इतिहास कहता है। सिखा ने कहा महाराज इन्नी काहली आप जी ने की, गोडे ते चोट आ गई है। तो गुरु हर राय साहब सच्चे पातशाह ने कहा, कहन लगे सिखो ये गुरु नानक साहब दे बोल, ये बाणी जड़ी है
ਧੁਰ ਕੀ ਤੇ ਰੱਬੀ ਬਾਣੀ ਦਾ ਜੇ ਅਸੀਂ ਆਦਰ ਤੇ ਸਤਿਕਾਰ ਨਹੀਂ ਕਰਾਂਗੇ ਤੇ ਹੋਰ ਕੌਣ ਕਰੇਗਾ। ਮਹਾਰਾਜ ਨੇ ਕਿਹਾ ਬਾਣੀ ਦੇ ਬੋਲ ਕੰਨਾਂ 'ਚ ਪਏ ਸੀ, ਇੱਕਦਮ ਉੱਠ ਪਏ। ਉੱਥੇ ਫਿਰ ਸਤਿਗੁਰਾਂ ਸ਼ਬਦ ਕਹੇ, ਇਹ ਇਤਿਹਾਸ ਦੇ ਬੋਲ ਨੇ। ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੇ ਜੋ ਬਚਨ ਕਹੇ ਹੈ ਸ਼ਬਦ ਇਤਿਹਾਸਕਾਰਾਂ ਦੇ ਹੀ ਨੇ ਕਿ ਮਹਾਰਾਜ ਨੇ ਕਿਹਾ ਸੀ ਜਿਨ ਪੈ ਅਦਬ ਨਾ ਬਾਣੀ ਧਾਰਾ, ਜਾਨੋ ਸੋ ਸਿੱਖ ਨਾਹੀ ਹਮਾਰਾ। ਜਿਸ ਸਿੱਖ ਨੇ ਬਾਣੀ ਦਾ ਅਦਬ ਤੇ ਭੈ ਨਹੀਂ ਕੀਤਾ ਜਾਂ ਨਹੀਂ ਕਰੇਗਾ, ਗੁਰੂ ਹਰਿ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਸਾਡਾ ਉਹ ਸਿੱਖ ਨਹੀਂ ਹੋਏਗਾ। ਇਹਦਾ ਮਤਲਬ ਗੁਰੂ ਕਾਲ ਦੇ ਟਾਈਮ ਤੋਂ ਹੀ ਬਾਣੀ ਦੀ ਇੰਨੀ ਮਹਾਨਤਾ ਚੱਲੀ ਆ ਰਹੀ ਹੈ। ਸਮਾਂ ਆਉਂਦਾ ਹੈ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਦਾ। ਸਾਧ ਸੰਗਤ ਇਸੇ ਤਰ੍ਹਾਂ ਟਿਕਾ ਬਣਾਇਓ, ਆਪਾਂ ਗੁਰਤਾ ਗੱਦੀ ਤੱਕ ਪਹੁੰਚਣਾ ਹੈ। ਸਮਾਂ ਆਉਂਦਾ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ, ਉਹਨਾਂ ਨੂੰ ਗੁਰਿਆਈ ਬਖਸ਼ੀ ਹੈ ਗੁਰੂ ਹਰਿ ਰਾਏ ਸਾਹਿਬ ਜੀ ਨੇ। ਗੁਰੂ ਹਰਿ ਰਾਏ ਸਾਹਿਬ ਸੱਚੇ ਪਾਤਸ਼ਾਹ ਦੇ ਇਹ ਛੋਟੇ ਪੁੱਤਰ ਨੇ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ, ਤੇ ਉਹਨਾਂ ਨੇ ਗੁਰਤਾ ਗੱਦੀ ਇਹਨਾਂ ਨੂੰ ਇਸ ਕਰਕੇ ਸੌਂਪੀ ਕਿਉਂਕਿ ਵੱਡੇ ਪੁੱਤਰ ਬਾਬਾ ਰਾਮ ਰਾਏ ਜਿਹੜੇ ਸਨ ਉਹ ਗੁਰਮੁਖੋ ਵਿਦਵਾਨ ਬੜੇ ਵੱਡੇ ਸੀ। ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਕਿ ਬਾਬਾ ਰਾਮ ਰਾਏ ਬਹੁਤ ਸੂਝਵਾਨ ਸੀ, ਬੜੇ ਵਿਦਵਾਨ ਸਨ। ਕਿਉਂਕਿ ਬਾਦਸ਼ਾਹ ਨਾਲ ਗੱਲ ਕਰਨ ਲਈ ਜੇ ਮਹਾਰਾਜ ਭੇਜਦੇ ਆਪਣੇ ਪੁੱਤਰ ਨੂੰ, ਇਹਦਾ ਮਤਲਬ ਉਹਦੇ 'ਚ ਗੁਣ ਦੇਖ ਕੇ ਹੀ ਭੇਜਿਆ ਹੋਏਗਾ ਨਾ, ਵੀ ਇਹ ਬਾਦਸ਼ਾਹ ਦੀ ਤਸੱਲੀ ਕਰਾ ਦੇਗਾ। ਪਰ ਉੱਥੇ ਪ੍ਰਭਾਵ ਕਬੂਲ ਲਿਆ ਬਾਦਸ਼ਾਹ ਦਾ, ਤੇ ਗੁਰੂ ਨਾਨਕ ਸਾਹਿਬ ਦੇ ਸ਼ਬਦ ਦੀ ਦੁਰਵਰਤੋਂ ਕੀਤੀ ਹੈ। ਉਹ ਕਹਿ ਲਓ ਕਿ ਸ਼ਬਦ ਦੀ ਪੰਕਤੀ ਬਦਲ ਦਿੱਤੀ, ਜਿਹੜੀ ਸਾਰੇ ਜਾਣਦੇ ਆ, ਇਤਿਹਾਸ ਤੋਂ ਜਾਣੂ ਆ ਕਿ ਉਹਨੇ ਕਿਹਾ ਸੀ ਮਿੱਟੀ ਬੇਈਮਾਨ ਕੀ ਕਿਹਾ ਹੈ, ਪਰ ਲਿਖਾਰੀ ਨੇ ਲਿਖ ਦਿੱਤਾ ਮਿੱਟੀ ਮੁਸਲਮਾਨ ਕੀ ਹੈ ਬੇਈਮਾਨ ਦੀ। ਇਹ ਗੱਲ ਗੁਰੂ ਹਰਿ ਸਾਹਿਬ ਮਹਾਰਾਜ ਜੀ ਕੋਲੇ ਪਹੁੰਚੀ। ਮਹਾਰਾਜ ਨੇ ਕਿਹਾ ਉਹਨੂੰ ਕੋ ਜਿੱਧਰ ਉਹਦਾ ਮੂੰਹ ਹੈਗਾ ਉਧਰ ਚਲਿਆ ਜਾਵੇ, ਸਾਡੇ ਮੱਥੇ ਨਾ ਲੱਗੇ। ਉਹ ਗੁਰਮੁਖੋ ਕਹਿਣਾ ਬੜਾ ਸੌਖਾ ਜੇ, ਇੰਨੀ ਗੱਲ ਕਹਿ ਦੇਣੀ ਆਪਣੇ ਪੁੱਤਰ ਨੂੰ, ਕਹੋ ਜਿੱਧਰ ਹੈਗਾ ਮੂੰਹ ਉਧਰ ਲੈ ਜਾਵੇ, ਕਿਉਂਕਿ ਉਹਨੇ ਗੁਰੂ ਨਾਨਕ ਸਾਹਿਬ ਦੇ ਬੋਲ ਬਦਲੇ ਨੇ, ਉਹਨੇ ਬਾਣੀ ਦੇ ਵਿੱਚ ਜਿਹੜਾ ਹੈ ਤਬਦੀਲੀ ਕੀਤੀ ਹੈ। ਇੰਨਾ ਗੁੱਸਾ ਮਹਾਰਾਜ ਨੂੰ ਆ ਗਿਆ, ਜਿਹੜਾ ਗੁਰੂ ਹਰਿ ਸਾਹਿਬ ਦਾ ਹਿਰਦਾ ਐਡਾ ਕੋਮਲ ਹੈ ਕਿ ਫੁੱਲ ਟੁੱਟ ਜਾਵੇ ਤੇ ਮਹਾਰਾਜ ਕੋਲ ਖੜ ਜਾਂਦੇ, ਕਹਿੰਦੇ ਫੁੱਲ ਟੁੱਟ ਗਿਆ। ਇੰਨਾ ਕੋਮਲ ਹਿਰਦਾ ਹੋਵੇ ਤੇ ਬਾਣੀ ਪ੍ਰਤੀ ਇੰਨੇ ਸਖਤ ਹੋ ਜਾਣ ਮਹਾਰਾਜ ਕਿ ਕਹਿਣ ਆਪਣਾ ਪੁੱਤਰ ਨੂੰ ਵੀ ਕਹਿ ਦੇਣ ਕਿ ਸਾਡੇ ਮੱਥੇ ਨਾ ਲੱਗੇ, ਚਲਿਆ ਜਾਵੇ ਜਿੱਧਰ ਹੈਗਾ। ਮੈਂ ਕਹਿੰਦਾ ਕਦੀ ਸੋਚੀਏ ਤਾਂ ਸਹੀ ਇਹਨਾਂ ਗੱਲਾਂ ਨੂੰ। ਅਸੀਂ ਆਪਾਂ ਕਰਦੇ ਗੁਰਮੁਖੋ, ਆਪਾਂ ਪਤਾ ਨਹੀਂ ਕਿੰਨੀਆਂ ਕੁ ਤੁਕਾਂ ਬਦਲਣ ਵਾਲਿਆਂ ਦੇ ਮਗਰ ਲੱਗ ਜਾਂਦੇ ਆ, ਜਾਂ ਕਿੰਨੀਆਂ ਤੁਕਾਂ ਬਦਲੀਆਂ ਹੋਈਆਂ ਨੇ, ਕੋਈ ਧਿਆਨ ਹੀ ਕੋਈ ਨਹੀਂ ਦੇ ਰਿਹਾ। ਬੜੀਆਂ ਛੇੜਖਾਨੀਆਂ ਅੱਜ ਵੀ ਹੋ ਰਹੀਆਂ ਨੇ। ਹੁਣ ਦੁੱਖ ਭੰਜਣੀ ਦਾ ਗੁਟਕਾ ਬਣਾ ਦੇਣਾ ਕੀ ਹੈ, ਬਾਣੀ ਦਾ ਤੋਹੀਨ ਨਹੀਂ, ਬਾਣੀ ਦੀ ਬੇਅਦਬੀ ਨਹੀਂ ਗੁਰੂ ਗ੍ਰੰਥ ਸਾਹਿਬ ਦੀ। ਕਿੱਥੋਂ ਆਏ ਇਹ ਦੁੱਖ? ਗੁਰੂ ਗ੍ਰੰਥ ਸਾਹਿਬ 'ਚ ਕੋਈ ਦੁੱਖ ਭੰਜਣੀ ਨਾਂ ਦੀ ਬਾਣੀ ਹੈ? ਸੁਖਮਨਾ ਨਾਂ ਦੀ ਗੁਰੂ ਗ੍ਰੰਥ ਸਾਹਿਬ 'ਚ ਕੋਈ ਬਾਣੀ ਹੈ? ਜਿਹੜੇ ਬਾਣੀ ਪੜ੍ਹਨ ਜਾਣਦੇ ਹੋ ਤੁਹਾਨੂੰ ਪਤਾ ਹੋਏਗਾ ਕਿਹੜਿਆਂ ਲੋਕਾਂ ਨੇ ਸ਼ਰਾਰਤਾਂ ਕੀਤੀਆਂ। ਕੋਈ ਸੁਖਮਨਾ ਬਣਾ ਕੇ ਬਹਿ ਗਿਆ, ਕੋਈ ਦੁੱਖ ਭੰਜਣੀ ਦਾ ਗੁਟਕਾ ਬਣਾ ਕੇ ਬਹਿ ਗਿਆ। ਉਹ ਗੁਰਮੁਖੋ ਤੇ ਇਹ ਚੀਜ਼ਾਂ ਬਣਾ ਕੇ ਲੋਕਾਂ ਨੇ ਪ੍ਰਚਾਰੀਆਂ ਜਾ ਰਹੀਆਂ। ਮੈਨੂੰ ਦੁੱਖ ਉਦੋਂ ਹੁੰਦਾ ਹੈ ਜਦੋਂ ਸਾਡੇ ਸਿੱਖ ਹੀ ਆ ਕੇ ਸਾਨੂੰ ਪੁੱਛਦੇ ਆ ਨਾ, ਬਾਬਾ ਜੀ ਤੁਹਾਡੇ ਗੁਰਦੁਆਰੇ ਦੁੱਖ ਭੰਜਣੀ ਦਾ ਗੁਟਕਾ ਮਿਲ ਜੂਗਾ? ਮੈਨੂੰ ਬੜਾ ਦੁੱਖ ਹੁੰਦਾ ਉਦੋਂ ਵੀ ਇਹਦੀ ਇੰਨੀ ਉਮਰ ਹੋ ਗਈ, ਇਹਨੂੰ ਅਜੇ ਪਤਾ ਨਹੀਂ ਲੱਗਾ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਤੇ ਦੁੱਖ ਭੰਜਣੀ ਨਾਂ ਦੀ ਕੋਈ ਬਾਣੀ ਨਹੀਂ ਹੈ। ਇਹਦਾ ਮਤਲਬ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਤੇ ਯਕੀਨ ਨਹੀਂ, ਕਿਸੇ ਨਕਲੀ ਬੰਦੇ ਨੇ ਬਣਾ ਕੇ ਗੁਟਕੇ ਰੱਖਦੇ ਤੁਸੀਂ ਉਧਰ। ਕਿਉਂਕਿ ਅਸੀਂ ਕਹਿੰਦੇ ਹਾਂ ਦੁੱਖ ਭੰਜਣੀ ਪੜ੍ਹ ਲਓ, ਦੁੱਖ ਸਾਰੇ ਖਤਮ ਹੋ ਜਾਣਗੇ। ਤੇ ਕਿਹੜਾ ਸ਼ਬਦ ਆ ਗੁਰੂ ਗ੍ਰੰਥ ਸਾਹਿਬ ਜਿਹੜਾ ਦੁੱਖ ਨਹੀਂ ਨਾਸ਼ ਕਰਦਾ? ਬਈ ਕਿਹੜਾ ਸ਼ਬਦ ਹੈ? ਕਿ ਸੁਖਮਣੀ ਸਾਹਿਬ ਨੂੰ ਕਹਿਣਾ ਸਿਰਫ ਵੀ ਇਹ ਸੁੱਖਾਂ ਦੀ ਮਣੀ ਹੈ ਤੇ ਬਾਕੀ ਗੁਰੂ ਗ੍ਰੰਥ ਸਾਹਿਬ ਦੁੱਖਾਂ ਦੀ ਮਣੀ ਹੋ ਗਿਆ? ਫਿਰ ਮੇਰਾ ਗੁੱਸਾ ਨਾ ਮਨਾਇਓ ਗੁਰਮੁਖੋ, ਮੈਂ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਬੋਲ ਰਿਹਾ। ਮੇਰਾ ਵਿਸ਼ਾ ਅੱਜ ਇਹ ਹੈ, ਤਾਂ ਗੱਲ ਕਿ ਗੱਲਾਂ ਸਾਹਮਣੇ ਆ ਗਈਆਂ ਕਿ ਗੁਰਮੁਖੋ ਠੀਕ ਹੈ ਸੁੱਖਾਂ ਦੀ ਮਣੀ ਸੁੱਖ ਮਣੀ, ਪਰ ਸਾਰਾ ਗੁਰੂ ਗ੍ਰੰਥ ਸਾਹਿਬ ਸੁੱਖਾਂ ਦੀ ਮਣੀ ਜੇ, ਇਹਨੂੰ ਮੰਨ ਕੇ ਚੱਲੋ। ਸਾਰਾ ਗੁਰੂ ਗ੍ਰੰਥ ਸਾਹਿਬ, ਕੋਈ ਸ਼ਬਦ ਗੁਰੂ ਗ੍ਰੰਥ ਸਾਹਿਬ ਦਾ ਲਓ ਉਹ ਸੁੱਖ ਹੀ ਸੁੱਖ ਦੇਗਾ। ਗੁਰਮੁਖੋ ਦੁੱਖ ਨਹੀਂ ਕਰੀ ਦਿੰਦਾ ਗੁਰੂ ਦਾ ਬਚਨ। ਤਾਂ ਮੈਂ ਕਿਹਾ ਸਾਡੇ ਵਿੱਚ ਬੜੀਆਂ ਮਿਲਾਵਟਾਂ ਹੋ ਗਈਆਂ ਨੇ, ਲੋਕ ਕੁਰਾਹੇ ਪਾਉਣ ਦਾ ਬੜਾ ਯਤਨ ਕਰਦੇ। ਕਿਉਂਕਿ ਜਦੋਂ ਗੁਰੂ ਸਰੀਰ ਸੀ ਨਾ ਉਦੋਂ ਧੀਰ ਮੱਲੀਏ ਤੇ ਸਰੀਰ ਕਰਕੇ ਬੈਠ ਗਏ, ਬਾਈ ਗੁਰੂ ਬਣ ਕੇ ਬੈਠ ਗਏ, ਕਿਉਂਕਿ ਉਹ ਗੁਰੂ ਸਰੀਰ ਕਰਕੇ ਵਰਤ ਰਿਹਾ ਸੀ। ਅੱਜ ਗੁਰੂ ਸ਼ਬਦ ਕਰਕੇ ਵਰਤ ਰਿਹਾ ਤੇ ਸ਼ਬਦ ਨਾਲ ਉਹੋ ਜਿਹਾ ਭੇਦ ਬਣਾ ਕੇ, ਉਹੋ ਜਿਹੇ ਗ੍ਰੰਥ ਬਣਾ ਕੇ ਸਾਡੇ ਸਾਹਮਣੇ ਪੇਸ਼ ਕੀਤੇ ਜਾ ਰਹੇ ਨੇ ਵੀ ਇਹਨੂੰ ਵੀ ਗੁਰੂ ਗ੍ਰੰਥ ਸਾਹਿਬ ਵਾਂਗੂ ਹੀ ਪ੍ਰਕਾਸ਼ ਕਰਾ ਕੇ ਤੇ ਕਈ ਤਰ੍ਹਾਂ ਦੇ ਸਾਡੇ 'ਚ ਮਤਭੇਦ ਪਾਏ ਜਾ ਰਹੇ ਆ। ਇਸ ਕਰਕੇ ਮੈਂ ਬੇਨਤੀ ਕਰ ਰਿਹਾ, ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਿਸੇ ਹੋਰ ਗ੍ਰੰਥ ਨੂੰ ਅਸੀਂ ਆਪਣੇ ਚਿੱਤ ਵਿੱਚ ਨਹੀਂ ਲਿਆਉਣਾ ਤੇ ਨਾ ਕਦੀ ਮੱਥਾ ਟੇਕਣਾ ਹੈ। ਇਹ ਚੇਤਾ ਰੱਖਿਓ, ਜੇ ਇਹ ਗੱਲ ਟਿਕਾ ਕੇ ਰੱਖਿਓ ਆਪਣੇ ਮਨ ਵਿੱਚ, ਸਿਰਫ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਇਸ ਤੋਂ ਉੱਪਰ ਹੋਰ ਕੋਈ ਨਹੀਂ ਹੈ। ਮੈਂ ਜਿਹੜੀ ਬੇਨਤੀ ਕਰ ਰਿਹਾ ਗੁਰਮੁਖੋ, ਸਮਾਂ ਆਉਂਦਾ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਦਾ ਗੁਰਤਾ ਗੱਦੀ ਉਹਨਾਂ ਨੂੰ ਸੌਂਪ ਦਿੱਤੀ, ਕਿਉਂਕਿ ਰਾਮ ਰਾਏ ਨੇ ਤੁਕ ਬਦਲੀ ਤੇ ਮਹਾਰਾਜ ਨੇ ਕਿਹਾ ਸੀ ਜਿੱਧਰ ਹੈਗਾ ਚਲਿਆ ਜਾਏ। ਫਿਰ ਗੁਰਤਾ ਗੱਦੀ ਆ ਗਈ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਦੇ ਕੋਲੇ। ਸਤਿਗੁਰਾਂ ਨੂੰ ਸਮਾਂ ਬੜਾ ਥੋੜਾ ਮਿਲਿਆ, ਕਿਉਂਕਿ 5 ਸਾਲ ਦੀ ਉਮਰ ਹੈ ਮਹਾਰਾਜ ਦੀ। ਗੁਰਤਾ ਗੱਦੀ ਜਦੋਂ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਮਹਾਰਾਜ ਨੂੰ ਮਿਲੀ ਹੈ ਨਾ, ਸਿਰਫ 5 ਸਾਲ। ਤੇ ਗੁਰਮੁਖੋ ਸਾਲਕ ਦਾ ਸਮਾਂ ਮਹਾਰਾਜ ਨੂੰ ਮਿਲਿਆ ਹੈ।
बहुत छोटी उम्र विच गुरु हरकृष्ण महाराज जी वो ज्योति जोत समाउंदे आ ते उन्हां ने भी बाणी कोई उचारण नहीं की। समा आया सतगुरु गुरु तेग बहादुर महाराज जी का। गुरु हरकृष्ण महाराज ने कहा सी दिल्ली बाबा बसे ग्राम बकाले, इसका मतलब गुरु तेग बहादुर महाराज जी वाले इशारा कर गए। गुरु तेग बहादुर महाराज जी ने 15 रागां विच बाणी उचारण की। फिर तुहाडा ध्यान लै जा, गुरु नानक साहब 19 राग, गुरु अंगद देव जी 63 श्लोक, गुरु अमरदास की 17 राग बाणी, गुरु रामदास के 30 राग, गुरु अर्जुन देव महाराज ने 30 रागां च बाणी। हुण समा आउंदा गुरु तेग बहादुर महाराज का। मैं हुण गुरु साहबाना दे उन्हां दा जिक्र कर लगा जिन्हां दी बाणी है, दूजियां दा जिक्र मैं कर गया। गुरु हर राय साहब, गुरु हरगोबिंद साहब, गुरु हर राय साहब, गुरु हरकृष्ण साहब जी, ये 3 गुरु साहबाना की बाणी नहीं इस ग्रंथ में दर्ज। हुण आ गए गुरु तेग बहादुर महाराज जी। 15 रागां विच बाणी उचारण की महाराज ने। 59 शब्द ते 57 श्लोक ने, जिहदी आपां लड़ीवार व्याख्या इत्थे कर चुके हैं। मैं हुण बेनती कर लग्या साध संगत, गुरु तेग बहादुर महाराज जी ने इसे शब्द की महानता ते प्रधानता का जिक्र किया है। गुरु तेग बहादुर महाराज जी जो वही गल ये बचन करते हैं, महाराज माई मैं धन पायो हर नाम, यदा मतलब एडी वड्डी शब्द की महानता कह रहे गुरु तेग बहादुर महाराज जी कि माई मैं इस नाम विचों, परमेश्वर के नाम विचों धन प्राप्त कर लिया, बड़ा बड़ा खजाना मैनू मिल गया। उन्होंने बाणी महाराज ने 15 राग, एक राग गुरु तेग बहादुर महाराज जी का जिहड़ा है ना वो जैजावंती, जिहदा करके अज गुरु ग्रंथ साहब की बाणी 31 राग हो गई। प्रकाश वेले 30 ते गुरता गद्दी वेले 31 राग हो गए। वो 31वां राग गुरु तेग बहादुर महाराज का जिहड़ा जैजावंती राग उन्हां दा महाराज का। मैं हुण बेनती कर रहा साध संगत, समा आया गुरु गोबिंद सिंह महाराज जी का। बड़ा मैं संखेप जिहा चलन लगा। गुरु गोबिंद सिंह सच्चे पातशाह महाराज जी नूं गुरता गद्दी मिलदी, गुरु तेग बहादुर महाराज जी बख्शिश कर जाते हैं। सतगुरु दिल्ली विखे शहादत का जाम पींदे है। शहीद होने तो पहला महाराज जी एक गुरियाई गुरता गद्दी जिहड़ी है सतगुरु गुरु गोबिंद सिंह जी नूं बख्शिश करते हैं। 9 साल की उम्र विच समा आ गया गुरु गोबिंद सिंह। इत्थों हुण अपनी गल चलनी है गुरु ग्रंथ साहब नूं गुरता गद्दी दी। मैं लड़ी तां शुरू की सी पिछों कि एक लड़ी बना के चलीए भी शब्द कित्थों आया ते किवें इहनूं गुरता गद्दी मिलनी, तां मैनूं शुरुआत उत्थों करनी पई गुरु नानक सच्चे पातशाह महाराज जी तो। साध संगत गुरु गोबिंद सिंह महाराज जी ने गुरता गद्दी संभाली। आपां सब नूं पता है कि महाराज नूं जिन्ना गुरु गोबिंद सिंह सच्चे पातशाह नूं संघर्ष करना पिया मौके की हुकूमत दे नाल, सब तो वध समा गुरु गोबिंद सिंह जी का है। संघर्ष दे विच वेखिए 14 जंगां गुरु गोबिंद सिंह महाराज ने लड़ियां ने ते गुरमुखो आनंदपुर का किला आपां सब नूं पता घेरा पै गया, लम्मा घेरा पिया रहा। फिर आनंदपुर का किला महाराज ने छड्डना पिया। सतगुरु सरसा नूं पार करते हैं, चमकौर जाते हैं, उत्थे साहिबजादे शहीद हो जाते हैं, छोटे साहिबजादे सरहंद शहीद हो जाते। मैं बड़ा संखेप जिहा चलन लगा क्योंकि गल आपां सीधी गुरता गद्दी तक लैके चलनी है। महाराज ने गुरु गोबिंद सिंह सच्चे पातशाह महाराज जी फिर इतों अगे साध संगत जी माशीवाड़े पहुँचते हैं। उस तो अगे सतगुरु महाराज जी फिर जी मुक्तसर की जंग ढाब की जी जंग है वो जंग लड़ी जाती। आखिरी जंग उही सी जी मुक्तसर की है। इतों सतगुरु महाराज जी फिर अगे चलते हैं तो पहुँच जाते हैं दमदमा साहब। गुरु गोबिंद सिंह महाराज जी दमदमा साहब की धरती पर महाराज पहुँचे। इतों गुरु साहब ने सुनिया भेजा, कह लगे कि बाबा दीप सिंह ते भाई मनी सिंह नूं उन्होंने दमदमा साहब महाराज ने बुलाया। गुरु गोबिंद सिंह महाराज जी ने भाई मनी सिंह दिल्ली सन ते बाबा दीप सिंह जी पंजाब सन। ये दोवें गुरसिख गुरमुख प्यारे। बाबा दीप सिंह मंजला मारते दमदमा साहब पहुँच गए तो भाई मनी सिंह गुरु के महलों नूं लैके माता साहब कौर ते माता सुंदर कौर जी नूं लैके दमदमा साहब पहुँच जाते हैं। जो इत्थे सतगुरां दा मिलाप हुंदा है, गुरु गोबिंद सिंह महाराज जी नूं गुरु के महल पुछदे है कि साहिबजादे नज़र नहीं आ रहे। उदों महाराज ने कहा इन पुत्रन कै शीस पै वार दिए सुत चार, चार मुए तो क्या हुआ जीवित कई हज़ार। महाराज ने बख्शिश किया कि ये मेरे अपने सारे अपने मेरे पुत्र ने, इन्हां तो मैं 4 पुत्र वार दिते है। खैर हुण गुरु गोबिंद सिंह महाराज जी कहते हैं कि जिहड़ी बाणी उहदी संपादना मैं गल की, पहली संपादना गुरु नानक साहब ने की, दूसरी संपादना गुरु अर्जुन देव जी ने की, तीसरी संपादना गुरु गोबिंद सिंह जी कर रहे हैं। क्योंकि गुरु नानक साहब ने भगत साहबाना की बाणी भी संपादना ही होगी। गुरु अर्जन साहब महाराज ने पहला प्रकाश करना सी, दूसरी संपादना भाई गुरदास तो लिखाया गुरु ग्रंथ साहब का स्वरूप। हुण आ गई गुरु गोबिंद सिंह जी की वारी तो इत्थे हुण संपादना गुरु गोबिंद सिंह करवा रहे ने। तो गुरमुखो भाई साहब भाई मनी सिंह जी ते बाबा दीप सिंह जी उन्हां दा नाल सहयोग है।
महाराज जिमें जिमें लिखाई जा रहे हैं भाई मनी सिंह लिखी जाते हैं तो बाबा दीप सिंह कलमां घड़ के स्याही बना बना के दे रहे। इयों कह लो कि गुरु गोबिंद सिंह महाराज जी ने दमदमा साहिब विखे गुरु ग्रंथ साहब महाराज जी की बाणी जिहड़ी संपूर्णता कह लो, संपूर्णता सारी संपूर्ण हो गई, क्योंकि ये गुरु तेग बहादुर महाराज की बाणी दर्ज करनी सी। 15 रागां में जिहड़े 59 शब्द ते 57 श्लोक सी महाराज दे, ये ग्रंथ तैयार हो गया। दमदमी बीड़ असीं इसनूं तां ही कहने आ क्योंकि दमदमा साहिब विखे इहदी संपूर्णता हुई सी, तां ये शब्द प्रचलित हो गया। मैं हुण बेनती कर लग्या साध संगत, धन गुरु गोबिंद सिंह सच्चे पातशाह महाराज जी फिर इत्थे लम्मा समा रहे ने। दमदमा साहिब महाराज इत्थे डल्ले की परख हुंदी है, इत्थे डल्ले नूं अमृत छकाया जाता है। तो सतगुरु गुरु गोबिंद सिंह सच्चे पातशाह महाराज जी हुण अगे मंजिला मारते हैं तो नदेड़ की धरती नूं महाराज तुरते हैं। सतगुरु नारायणे पहुँचते हैं, उत्थे दादू पंथियां दा उन्हां दा रामदेव आगू मिलता है। वो कहता महाराज अगे गोदावरी के कंढे ते एक डेरा है, उत्थे ना जाओ। गुरु गोबिंद सिंह महाराज जी उस कंढे दरिया जिहड़ा रावी के कंढे ते डेरा सी उत्थे पहुँच गए जिथे मारोदास बरागी बैठा सी। गुरु गोबिंद सिंह महाराज जी मारोदास बरागी नूं बाबा बंदा सिंह बहादुर बना दिता ते महाराज अगे सचखंड जिथे प्याना करना, जिथे हुण आपां गल कर लगे हैं गुरता गद्दी सौंपण की गल, उत्थे महाराज पहुँच जाते उस स्थान ते। गुरु गोबिंद सिंह सच्चे पातशाह महाराज जी, मैं बाकी सारा इतिहास विचों छड्ड गया कि गुरु गोबिंद सिंह महाराज ने किवें बहादुर शाह नाल मिलाप होया, उहदे नाल की वादे उन्हें कीते सी, मैं तां छड्डिया क्योंकि सिर्फ विशा अपना गुरु ग्रंथ साहब ते गुरता गद्दी है। साध संगत, गुरु गोबिंद सिंह सच्चे पातशाह महाराज जी हुण सचखंड हजूर साहब जिन्होंने असीं कहने, अबचल नगर कहने, शब्द नदेड़ कहने, सारे उहदे नाल वरते जाते हैं। महाराज उत्थे पहुँच गए गुरु गोबिंद सिंह महाराज जी। इधर जिहड़ा वजीर खां सी उन्होंने पता लग्या कि गुरु गोबिंद सिंह ते औरंगजेब की मुलाकात का जिक्र हो रहा है। मिलिया नहीं भावें वो, क्योंकि दी मौत पहला ही हो गई औरंगजेब की, पर मिलना चाहता सी महाराज। पर एक चिट्ठी लिख के उन्हें जिहड़ी सी भाई दया सिंह उन्होंने दे दी सी भी ये चिट्ठी जाके जिहड़ी तुसीं रखो, तुहानूं हुण गुरु गोबिंद सिंह महाराज जी नूं कोई भी जिहड़ी फौज है उन्हों का राह नहीं रोकेगी, जिथे जाना चाहते हैं गुरु साहब जा सकते हैं। इस गल का पता वजीर खान नूं लग चुकिया सी, बहादुर शाह की मुलाकात का पता भी लग चुकिया सी, बहादुर शाह दीयां ये गल्लां भी पहुँच चुकिया सन खबरां कि गुरु गोबिंद सिंह ने कहा कि मैं जिहड़े भी तुहाडे महाराज ये दोषी ने जिन्ने भी मैं तुहानूं सारे फड़ा देंगा। ये गल्लां पहुँच गई सन। वजीर खान ने अपने 2 आदमी सिੱਖੀ भेष दे विच बना के गुरु गोबिंद सिंह दे मगर ला दिते। वो सिੱਖੀ लिबास विच उन्होंने उस तरह ही जिहड़ा सी लिबास ਸਿੰਘਾਂ वाला धारण किया, वो मगर लगे सन गुरु गोबिंद सिंह महाराज जी नूं खत्म करन ते। आपां सारे जानते साध संगत, वो दिन आ गया जदों गुरु गोबिंद सिंह सच्चे पातशाह महाराज जी तंबू विच आराम कर रहे सन। गुरु गोबिंद सिंह महाराज जी तंबू च आराम करते। इतिहासकार कहते हैं कि गुरु गोबिंद सिंह महाराज जदों भी आराम करते सन, और माछीवाड़े भी ये जो तस्वीरां असीं वेखदे हैं ना बनाईयां होईयां, उदों भी ये गल दा प्रतीक है कि गुरु गोबिंद सिंह महाराज खब्बे पासे पैंदे सन ते सज्जा पासा उत्ते करदे सी, ते श्री साहब महाराज की जिहड़ी शमशीर सी वो महाराज अपने नाल ला के रखदे सी। हमेशा महाराज वो शमशीर दे विच जिहड़ा ना मुठ जिहड़ी है वो साध संगत उहदा मुठा अपने हत्थ विच रखदे सन। इतिहासकार कहंदे इउं महाराज आराम करदे। जदों असीं छुरा मारन की गल भी आउणी है, उहदा भी जिक्र इसे तरह ही है। महाराज लेटे हुए सन, जिहड़े बाहर पहरे ते सिंह सन उन्हां नूं जिहड़े वो बनौटी बन के आए सी, नकली बन के आए सी, उन्होंने किसी तरीके नाल, क्योंकि इन्ना ज़्यादा एक गल चेते रखियो जी, जिहड़ी नकल हुंदी है ना वो असल नूं भी प्रभावित करती है। नकल जिन्नी होवे असल नूं प्रभावित, बंदा कई बार तुसीं देखो नकली चीज़ असीं ले लईए ते असली नूं असीं परा मारदे सुट के उन्होंने ही असल समझ बैठे हैं। उन्होंने असल में इन्ना विश्वास बना लिया सी कि किसी नूं चित चेता भी नहीं सी भी कुछ कारा वापर जाएगा। गुरमुखो उन्होंने की कीता, वो जिहड़े बाहर पहरे ते सिंह सी उन्होंने कहा भी चलो तुसीं जल पानी छक लो, पहरे ते असीं हो जाने आ। वो जिहड़े 2 पठान आए सी, उन्हां 2 पठानां ने एक पहरे ते खड़ गया, दूसरे पठान ने अंदर जाके गुरु गोबिंद सिंह महाराज जी दे इस तरह बखी दे विच जोर दे नाल खंजर मार दिता। जदों खंजर कड्ढन लग्या बाहर, इन्ने चिर नूं गुरु गोबिंद सिंह महाराज ने अपनी शमशीर जिहड़ी महाराज ने अपनी छाती नाल लाई हुई सी इस तरह करके टेढ़े रोग, एकदम महाराज ने अपनी शमशीर चलाई तो उदों उत्थे ही उहदी धौन ला दित्ती, उहदी मौत उत्थे ही हो जाती है। इस गल दा जदों गुरमुखो हिलजुल होई, जिहड़ा पहरे ते खड़ा सी उहनूं ਸਿੰਘਾਂ ने झटकारता, मारे दोनों ही गए, पर मरदियां मरदियां कह गया कि वजीर खान ने सानूं भेजिया सी, वो दस गए विचली गल जिहड़ी सी भी असीं उहदे आदमी उहदे बंदे हां। खैर गुरमुखो इधर फुहारा चलिया खून दा, महाराज ने कमर कस्सा घुट के बन्निया,
ਕੁਝ ਵੈਦ ਆਏ, ਜਿਨ੍ਹਾਂ ਵੈਦਾਂ ਨੇ, ਹਕੀਮਾਂ ਨੇ ਸਤਿਗੁਰੂ ਮਹਾਰਾਜ ਦੇ ਜ਼ਖਮ ਨੂੰ ਸੀਨ ਦਿੱਤਾ ਹੈ। ਗੁਰਮੁਖੋ, ਜ਼ਖਮ ਸੀਨ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਸਿੱਖਾਂ ਨੂੰ ਉਸੇ ਤਰ੍ਹਾਂ ਉਪਦੇਸ਼ ਦਿੰਦੇ ਰਹੇ, ਪ੍ਰਚਾਰ ਕਰਦੇ ਰਹੇ। ਸਮਾਂ ਆਪਣੀ ਚਾਲ ਚੱਲਿਆ। ਇੱਕ ਦਿਨ ਕਹਿੰਦੇ ਨੇ ਕਿ ਇੱਕ ਬੜਾ ਵੱਡਾ ਧਨੁਖ ਜਿਹੜਾ ਸੀ, ਉਹਦੇ ਤੇ ਤੀਰ ਜਿਹੜਾ ਸੀ ਚਲਾਉਣਾ, ਇਉਂ ਕਹਿ ਲਓ, ਕਹਿੰਦੇ ਸੀ ਇਹ ਚਿੱਲਾ ਜਿਹੜਾ ਇਹਦੇ ਤੇ ਚੜਾ ਕੇ ਕੋਈ ਚਲਾ ਸਕਦਾ ਹੈ, ਏਡਾ ਵੱਡਾ ਧਨੁਖ ਹੈ। ਇਤਿਹਾਸ ਜੋ ਕਹਿ ਰਿਹਾ ਹੈ, ਮੈਂ ਉਹੀ ਗੱਲ ਕਰ ਰਿਹਾ। ਗੁਰਮੁਖੋ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਹਾ ਅਸੀਂ ਚੜਾਵਾਂਗੇ। ਇਤਿਹਾਸ ਇਹੀ ਗੱਲ, ਸਾਰੇ ਲਗਭਗ ਇਹੋ ਹੀ ਗੱਲ ਮੰਨਦੇ ਆ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੀਰ ਜਿਹੜਾ ਸੀ ਉਹ ਚਲਾਉਣ ਲੱਗੇ, ਤੇ ਪਹਿਲੀ ਵਾਰ ਜਿਹੜਾ ਜ਼ਖਮ ਸੀ ਅਜੇ ਅੱਲਾ ਸੀ, ਜ਼ਖਮ ਪੂਰਾ ਅਜੇ ਭਰਿਆ ਨਹੀਂ ਸੀ, ਤੇ ਮਹਾਰਾਜ ਤੀਰ ਚਲਾਉਣ ਲੱਗੇ। ਜਦੋਂ ਤੀਰ ਤਾਂ ਗੁਰੂ ਸਾਹਿਬ ਨੇ ਚਲਾ ਦਿੱਤਾ, ਪਰ ਗੁਰਮੁਖੋ ਜਿਹੜਾ ਉਹ ਟਾਂਕੇ ਸਨ, ਸਾਰੇ ਦੇ ਸਾਰੇ ਟਾਂਕੇ ਟੁੱਟ ਗਏ, ਖੂਨ ਦੇ ਫੁਹਾਰੇ ਚੱਲਣੇ ਸ਼ੁਰੂ ਹੋ ਗਏ। ਸਿੱਖਾਂ ਨੂੰ ਮਹਾਰਾਜ ਨੇ ਕਿਹਾ ਹੁਣ ਕੋਈ ਵੀ ਓੜ ਪੋੜ ਨਹੀਂ ਕਰਨਾ, ਕੋਈ ਯਤਨ ਨਹੀਂ ਕਰਨਾ। ਘੁੱਟ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣਾ ਕਮਰ ਕੱਸਾ ਜਿਹੜਾ ਸੀ ਨਾ, ਉਹਨੂੰ ਘੁੱਟ ਕੇ ਮਹਾਰਾਜ ਨੇ ਬੰਨ੍ਹ ਲਿਆ, ਤੇ ਖੂਨ ਤਾਂ ਗੁਰਮੁਖੋ ਫੁਹਾਰੇ ਚੱਲ ਰਹੇ ਸਨ, ਤੇ ਗੁਰੂ ਗੋਬਿੰਦ ਸਿੰਘ ਨੇ ਮਹਾਰਾਜ ਨੇ ਉੱਪਰ ਜਿਹੜਾ ਸੀ ਜਿੰਨਾ ਵੀ ਵੱਧ ਤੋਂ ਵੱਧ ਕੱਪੜਾ ਵਲੇਟਿਆ ਜਾ ਸਕਦਾ ਸੀ ਵਲੇਟ ਲਿਆ ਉੱਤੇ, ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਹਾ ਵੀ ਹੁਣ ਕੋਈ ਵੀ ਯਤਨ ਨਹੀਂ ਕਰਨਾ, ਕੋਈ ਵੈਦ ਹਕੀਮ ਕਿਸੇ ਨੂੰ ਨਹੀਂ ਬੁਲਾਉਣਾ। ਮਹਾਰਾਜ ਨੇ ਕਿਹਾ ਇੱਕ ਕੰਮ ਕਰੋ, ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰੋ। ਆਹ ਹੈ ਹੁਣ ਆਪਾਂ ਸਮਾਪਤੀ ਕਰਨ ਲੱਗੇ ਵੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੱਦੀ ਕਿਵੇਂ। ਮਹਾਰਾਜ ਨੇ ਕਿਹਾ ਗ੍ਰੰਥ ਦਾ ਪ੍ਰਕਾਸ਼ ਕਰੋ। ਪ੍ਰਕਾਸ਼ ਕੀਤਾ ਗ੍ਰੰਥ ਮੈਂ ਤਾਂ ਕਹਿ ਰਿਹਾ, ਗੁਰੂ ਸ਼ਬਦ ਗੁਰੂ ਗੋਬਿੰਦ ਸਿੰਘ ਦੇਣ ਲੱਗੇ ਨੇ। ਮਹਾਰਾਜ ਨੇ ਕਿਹਾ ਗ੍ਰੰਥ ਦਾ ਪ੍ਰਕਾਸ਼ ਕਰੋ। ਪ੍ਰਕਾਸ਼ ਕਰ ਦਿੱਤਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਪਰਿਕਰਮਾ ਕੀਤੀ। ਪਰਿਕਰਮਾ ਕਰਨ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਸ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੋ ਅੱਜ ਮੌਜੂਦ ਨੇ, ਇਸ ਗ੍ਰੰਥ ਦੇ ਅੱਗੇ ਜਿਸ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਕੋਈ ਸਿਰ ਨਹੀਂ ਝੁਕਾ ਸਕਿਆ, ਤੇ ਨਾ ਕਿਤੇ ਗੁਰੂ ਸਾਹਿਬ ਨੇ ਝੁਕਣ ਦਿੱਤਾ। ਜੇ ਗੁਰੂ ਗੋਬਿੰਦ ਸਿੰਘ ਦਾ ਸਿਰ ਝੁਕਿਆ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਦੇ ਅੱਗੇ। ਬੜੀ ਵੱਡੀ ਗੱਲ ਗੁਰਮੁਖੋ, ਸਾਡੇ ਵਾਸਤੇ ਪੂਰਨਾ ਪਾ ਗਿਓ। ਸਿੱਖਾ, ਤੇਰਾ ਸਿਰ ਵੀ ਐਵੇਂ ਥਰ ਤੇ ਨਾ ਭੜਕਦਾ ਫਿਰੇ, ਐਵੇਂ ਆਪਣਾ ਸਿਰ ਨਾ ਉੱਧਰ ਕਿਤੇ ਸੁੱਟੀ ਫਿਰੀ। ਤੇਰਾ ਸਿਰ ਸਿਰਫ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੱਗੇ ਝੁਕਣਾ ਚਾਹੀਦਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣਾ ਸੀਸ ਝੁਕਾਇਆ, ਨਮਸਕਾਰ ਮੱਥਾ ਟੇਕਿਆ ਮਹਾਰਾਜ ਨੇ, ਤੇ ਫਿਰ ਖੜ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਖਾਲਸਾ ਜੀ, ਆਤਮਾ ਗ੍ਰੰਥ ਵਿੱਚ, ਸਰੀਰ ਪੰਥ ਵਿੱਚ। ਇਹ ਜਿਹੜਾ ਸ਼ਬਦ ਪ੍ਰਚਲਿਤ, ਆਤਮਾ ਗ੍ਰੰਥ 'ਚ, ਸਰੀਰ ਪੰਥ ਵਿੱਚ। ਹੁਣ ਮੈਂ ਥੋੜੇ ਜਿਹੇ ਹਵਾਲੇ ਦੇਣੇ ਆ, ਜਿਹੜੇ ਗੁਰਤਾ ਗੱਦੀ ਗੁਰੂ ਗ੍ਰੰਥ ਸਾਹਿਬ ਨੂੰ ਕਿਵੇਂ ਮਿਲੀ, ਉਹਦੇ ਹਵਾਲੇ ਸਿਰਫ ਮੈਂ ਦੇਣ ਲੱਗਿਆ ਗੁਰਮੁਖੋ। ਉੱਥੇ ਮੌਜੂਦ ਨੇ ਭਾਈ ਪ੍ਰਹਲਾਦ ਜੀ, ਜਿਹੜੇ ਰਹਿਤਨਾਮੇ ਲਿਖਦੇ ਆ, ਗੁਰੂ ਗੋਬਿੰਦ ਸਿੰਘ ਦੇ ਸਮੇਂ ਦੇ 52 ਕਵੀ ਉੱਥੇ ਮੌਜੂਦ ਨੇ। ਭਾਈ ਨੰਦ ਲਾਲ ਜੀ, ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਰਮੌਰ ਕਵੀਆਂ ਵਿੱਚੋਂ ਕਵੀ ਨੇ। ਉਹ ਫਿਰ ਕਹਿੰਦੇ ਜੋ ਗੁਰੂ ਗੋਬਿੰਦ ਸਿੰਘ ਨੇ ਕਿਹਾ, ਉਹਨਾਂ ਨੇ ਕਲਮਬੰਦ ਕੀਤੇ ਨੇ ਬਚਨ। ਇਹ ਕਾਵਿ ਰੂਪ ਦੇ ਵਿੱਚ ਮੈਂ ਕਹਿਣ ਲੱਗਿਆ, ਬਚਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜੋ ਕਹੇ, ਤੇ ਜਿਹੜੇ ਕਵੀ ਸਨ ਉਹਨਾਂ ਨੇ ਕਵਿਤਾ ਰੂਪ ਦੇ ਵਿੱਚ, ਕਾਵਿ ਰੂਪ ਵਿੱਚ ਉਹਨਾਂ ਨੂੰ ਦਰਜ ਕਰ ਦਿੱਤਾ ਹੈ। ਉਹ ਸ਼ਬਦ ਨੇ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਹਾ, ਭਾਈ ਨੰਦ ਲਾਲ ਦੇ ਸ਼ਬਦ ਨੇ ਕਿ ਮਹਾਰਾਜ ਨੇ ਕਿਹਾ ਸੀ, ਤੀਨ ਰੂਪ ਹੈ ਮੋਹੇ ਕੇ, ਸੁਣੋ ਨੰਦ ਚਿਤ ਲਾਏ, ਨਿਰਗੁਣ ਸਰਗੁਣ ਗੁਰ ਸ਼ਬਦ ਹੈ, ਕਹਿਓ ਤੋਹੇ ਸਮਝਾਏ। ਭਾਈ ਨੰਦ ਲਾਲ ਜੀ, ਤਿੰਨ ਰੂਪ ਸਾਡੇ ਸੀ, ਨਿਰਗੁਣ ਵੀ ਤੇ ਸਰਗੁਣ ਵੀ ਤੇ ਗੁਰ ਸ਼ਬਦ ਰੂਪ ਵੀ। ਇਹ ਤਿੰਨੇ ਰੂਪ ਸਾਡੇ ਹੀ ਰੂਪ ਨੇ। ਕਿੱਡੀ ਵੱਡੀ ਗੱਲ ਮਹਾਰਾਜ ਨੇ ਕਰ ਦਿੱਤੀ। ਤੀਨ ਰੂਪ ਹੈ ਮੋਹੇ ਕੇ, ਸੁਣੋ ਨੰਦ ਚਿਤ ਲਾਏ, ਨਿਰਗੁਣ ਸਰਗੁਣ ਗੁਰ ਸ਼ਬਦ ਹੈ, ਕਹਿਓ ਤੋਹੇ ਸਮਝਾਏ। ਅਗਲਾ ਬਚਨ ਮਹਾਰਾਜ ਨੇ ਕਿਹਾ, ਕਹਿਣ ਲੱਗੇ ਜੋ ਗੁਰ ਦਰਸ਼ਨ ਕੀ ਚਾਹ, ਦਰਸ਼ਨ ਕਰੈ ਗ੍ਰੰਥ ਜੀ ਆ, ਮੇਰਾ ਰੂਪ ਗ੍ਰੰਥ ਜੀ ਜਾਨ, ਇਨ ਮੈਂ ਭੇਦਨ ਰੰਚ ਪਛਾਨ, ਗ੍ਰੰਥ ਸਾਹਿਬ ਗੁਰੂ ਕਰ ਜਾਣੇ, ਆਗਿਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕੀ ਮਾਨੇ। ਗਿਆਨੀ ਗਿਆਨ ਸਿੰਘ ਜੀ ਲਿਖਦੇ ਨੇ ਕਿ ਸਿੱਖ ਸੰਗਤਾਂ ਨੇ ਕਿਹਾ ਸੀ ਗੁਰੂ ਗੋਬਿੰਦ ਸਿੰਘ ਨੂੰ ਕਿ ਸੰਗਤ ਨੂੰ ਲੜ ਕਿਸ ਦੇ ਲਾ ਚੱਲੇ ਗੁਸਾਈ, ਬਿਨੇ ਦੀਨਤਾ ਸੁਣ ਗੁਰ ਗਿਰਾ, ਬਿਨੇ ਬੇਨਤੀ ਸੁਣ ਸਤਿਗੁਰ ਗਿਰਾ ਅਲਾਈ, ਅਬ ਹਮ ਸੋ ਗੁਰ ਥਾਪ ਹੈ ਜੋ ਸ਼ੁੱਧ ਉਧਾਰੀ। ਮਾਰੇ ਕਹਿੰਦੇ ਉਹ ਗੁਰੂ ਥਾਪ ਕੇ ਚੱਲੇ ਜਿਹੜਾ ਤੁਹਾਡਾ ਉਧਾਰ ਕਰ ਦੇਗਾ। ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿ ਰਹੇ ਨੇ, ਅਬ ਹਮ ਸੋ ਗੁਰ ਥਾਪ ਹੈ ਜੋ ਸ਼ੁੱਧ ਉਧਾਰੀ, ਅਜ਼ਾਰ ਅਮਰ ਅਖੰਡ ਰਹੇ ਸਦਾ ਪਰ ਉਪਕਾਰੀ। ਉਹ ਫਿਰ ਕਹਿੰਦਾ ਗਿਆਨੀ ਗਿਆਨ ਸਿੰਘ, ਉਹ ਕਹਿੰਦਾ ਜਦੋਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿ ਰਹੇ ਸਨ ਕਿ ਬਿਨਾ ਭੇਦ ਫਲ ਸਰਬ ਕੋ, ਬਿਨਾ ਭੇਦ ਸਰਬ ਕੋ ਬਾਂਚਤ ਫਲ ਦੈ ਹੈ, ਇਮ ਕਹਿ ਗੁਰੂ ਗ੍ਰੰਥ ਕਾ ਪ੍ਰਕਾਸ਼ ਕਰੇ ਹੈ। तीन परिक्रमा गुरु जी कर परिक्रमा गुरु जी फिर शीस झुकायो, गुरु ग्रंथ को गुरु थाप कुणका बटवायो। कुणका कहते प्रसाद नूं, बटवायो मैंने वरता दिता। इहदा मतलब गुरु गोबिंद सिंह ने गुरता गद्दी बख्श दी। फिर कुछ होर कवियां दे भी बोल ने गुरु गोबिंद सिंह महाराज जी ने जो गुरता गद्दी बख्शिश की है,
सतगुरु महाराज जी ने कहा सी कि ये जिहड़ा ग्रंथ है इनू साडा रूप करके जानियो जे। मम आग्या सतगुरु कीनी, मम आग्या मतलब मेरी आग्या। गुरु गोबिंद सिंह महाराज जी आग्या करते ने, सुनो सत बचन विचार, सत बचन करके इनू विचार के समझ लो। महाराज कहते बिना भेद पख दे करत शब्द उधार, बिना पख भेद तो सब दा उधार कर देगा एड़ा ग्रंथ है। फिर सतगुरां ने कहा सी कलयुग रूप गुरु भयो श्री गुरु रूप महान, 10 पातशाहियां रूपे गुरु ग्रंथ जी जान। उत्थे फिर महाराज ने कहा सी गुरु दर्श जे देखना, श्री गुरु ग्रंथ दर्शाए, बात करन गुर सो चाहे, पढ़े ग्रंथ मन लाए। ये इतिहासकारां दे बोल मैं कह रहा, गुरु दे नहीं। ਜਿਹੜੇ ਕਵੀਆਂ ਦੇ ਬੋਲ ਸਨ ਜਿਹੜੇ ਉੱਥੇ ਮੌਜੂਦ ਸੀ, ਉਹਨਾਂ ਨੇ ਕਿਹਾ ਜੋ ਗੁਰੂ ਸਾਹਿਬ ਨੇ ਕਿਹਾ ਉਹਨਾਂ ਕਵਿਤਾ ਰੂਪ ਦੇ ਵਿੱਚ ਬਿਆਨ ਕਰ ਦਿੱਤਾ ਹੈ। ਹੁਣ ਮੈਂ ਸਮਾਪਤੀ ਕਰਨ ਲੱਗਿਆ ਗੁਰਮੁਖੋ ਕਿ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਗੁਰਤਾ ਗੱਦੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੌਂਪ ਦਿੱਤੀ ਹੈ। ਆਪਾਂ ਸ਼ੁਰੂਆਤ ਦੀ ਕੀਤੀ ਸੀ ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਜਿਹੜਾ ਸ਼ਬਦ ਗੁਰੂ ਨਾਨਕ ਸਾਹਿਬ ਤੋਂ ਚੱਲਿਆ, ਭਗਤ ਸਾਹਿਬਾਨਾਂ ਦੀ ਬਾਣੀ ਇਕੱਤਰ ਹੋਈ, ਉਹੀ ਬਾਣੀ ਅੱਗੋਂ ਚਲਦੀ ਚਲਦੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਸੇ ਹੀ ਬਾਣੀ ਨੂੰ ਇਕੱਤਰ ਕਰਕੇ ਹਜੂਰ ਸਾਹਿਬ ਵਿਖੇ ਗੁਰਤਾ ਗੱਦੀ ਸੌਂਪ ਦਿੱਤੀ। ਜਦੋਂ ਸਤਿਗੁਰੂ ਦਾ ਗੁਰਤਾ ਗੱਦੀ ਸੌਂਪੀ ਹੈ, ਇਤਿਹਾਸਕਾਰ ਕਹਿੰਦੇ ਆ ਵੱਖ-ਵੱਖ ਵਿਚਾਰ ਨੇ ਦੋ ਹੁਕਮਨਾਮਿਆਂ ਦੇ। ਇੱਕ ਵਿਦਵਾਨ ਕਹਿੰਦੇ ਕਿ ਹੁਕਮਨਾਮਾ ਆਇਆ ਸੀ ਅਬਚਲ ਨਗਰ ਗੁਰੂ ਗੋਬਿੰਦ, ਅਬਚਲ ਨਗਰ ਗੋਬਿੰਦ ਗੁਰੂ ਕਾ ਨਾਮ ਜਪਤ ਸੁਖ ਪਾਇਆ ਰਾਮ। ਕੁਝ ਕਹਿੰਦੇ ਇਹ ਹੁਕਮਨਾਮਾ ਆਇਆ, ਕੁਝ ਕਹਿੰਦੇ ਆ ਕਿ ਹੁਕਮਨਾਮਾ ਦੂਸਰਾ ਆਇਆ ਸੀ ਕਿ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਨੇ ਇੱਕ ਤਾਂ ਇਹ ਮੰਨਦੇ ਹੈ ਕਿ ਅਬਚਲ ਨਗਰ ਗੋਬਿੰਦ ਗੁਰੂ ਕਾ ਨਾਮ ਜਪਤ ਸੁਖ ਪਾਇਆ ਰਾਮ, ਦੂਜੇ ਕਹਿੰਦੇ ਕਿਰਪਾ ਭਈ ਠਾਕਰ, ਉਹ ਜਿਹੜਾ ਹੁਕਮਨਾਮਾ ਆਇਆ ਸੀ। ਇਹਦਾ ਮਤਲਬ ਹੋ ਗਿਆ, ਚਲੋ ਕੁਝ ਵਿਦਵਾਨ ਕਹਿੰਦੇ ਸੰਪਾਦਨਾ ਵੇਲੇ ਇਹ ਹੋ ਸਕਦਾ ਹੈ ਖੁੱਲਿਆ ਕਰਮ ਕਿਰਪਾ ਭਈ ਠਾਕੁਰ ਕੀਰਤਨ ਹਰ ਹਰ ਗਾਈ। ਇਸ ਤਰ੍ਹਾਂ ਇਹ ਦੋ ਹੁਕਮਨਾਮਾ ਦਾ ਜ਼ਿਕਰ ਆਉਂਦਾ ਹੈ। ਖੈਰ ਆਪਾਂ ਉਸ ਵਿਵਾਦ ਵਿੱਚ ਨਾ ਪਈਏ। ਜੇ ਦੋਨੋਂ ਸ਼ਬਦ ਆਉਂਦੇ ਤੇ ਦੋਨਾਂ ਸ਼ਬਦਾਂ ਨੂੰ ਆਧਾਰ ਬਣਾ ਕੇ ਇਸ ਨਗਰ ਦਾ ਨਾਂ ਅਬਚਲ ਰੱਖਿਆ ਗਿਆ। ਹਜ਼ੂਰ ਸਾਹਿਬ, ਸੱਚਖੰਡ, ਨੰਦੇੜ, ਇਹ ਸਾਰੇ ਸ਼ਬਦ ਉਹਦੇ ਨਾਲ ਜਿਹੜੇ ਨੇ ਗੁਰਮੁਖ ਮਿਲਦੇ ਨੇ। ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਦੋਂ ਅਖੀਰ ਤੇ ਕਹਿ ਦਿੱਤਾ ਵੀ ਆਤਮਾ ਗ੍ਰੰਥ ਵਿੱਚ ਸਰੀਰ ਪੰਥ ਵਿੱਚ, ਉਦੋਂ ਕਿਹਾ ਇਹ ਗੱਲ ਮਹਾਰਾਜ ਨੇ ਬੜੀ ਸਮਝਣ ਵਾਲੀ ਜਿਹੜੀ ਸਿੱਖਾਂ ਨੂੰ ਕਹੀ, ਉਹ ਵੀ ਇਤਿਹਾਸਕਾਰਾਂ ਦੇ ਬੋਲ ਨੇ। ਕੇਸਰ ਸਿੰਘ ਛਿੱਬਰ ਕਹਿੰਦਾ ਹੈ ਗੁਰੂ ਗੋਬਿੰਦ ਸਿੰਘ ਨੇ ਕਿਹਾ ਸੀ ਰੱਖਣਾ ਆਪਸ ਵਿੱਚ ਪਿਆਰ, ਪੰਥ ਦੇ ਵਾਧੇ ਨੂੰ ਲੋਚਣਾ। ਆਹ ਗੱਲ ਜੇ ਅੱਜ ਕਿਤੇ ਕੌਮ ਮੰਨ ਲਏ ਨਾ, ਤੇ ਜਿਹੜੀਆਂ ਪੱਗਾਂ ਲੈਂਦੀਆਂ ਨੇ ਸਾਡੀਆਂ ਉੱਥੇ ਅਕਾਲ ਤਖਤ ਸਾਹਿਬ ਤੇ ਲਹਿ ਰਹੀਆਂ, ਜੋ ਜੁੱਤੀ ਅਸੀਂ ਹੋ ਰਹੇ ਆ ਨਾ, ਇਹ ਨਹੀਂ ਸੀ ਹੋਣਾ ਸੀ। ਆਹ ਕਿਤੇ ਬਚਨ ਮੰਨ ਲੈਂਦੇ ਅਸੀਂ। ਕਰਨਾ ਆਪਸ ਵਿੱਚ ਪਿਆਰ, ਪੰਥ ਦੇ ਵਾਧੇ ਨੂੰ ਲੋਚਣਾ, ਆਗਿਆ ਗੁਰੂ ਗ੍ਰੰਥ ਸਾਹਿਬ ਜੀ ਦੀ, ਕਰਨੀ ਸ਼ਬਦ ਦੀ ਖੋਜਣਾ। ਕਿੱਡੀ ਵੱਡੀ ਗੱਲ ਹੈ। ਮਹਾਰਾਜ ਨੇ ਕਿਹਾ ਗੁਰੂ ਗ੍ਰੰਥ ਸਾਹਿਬ ਦੀ ਆਗਿਆ ਚੱਲਿਓ ਜੇ। ਅਸੀਂ ਪੰਥ ਬਣਾਤਾ ਬੰਦਿਆਂ ਦੇ ਨਾਂ ਤੇ, ਅਸੀਂ ਕਹਤਾ ਫਲਾਨਾ ਬੰਦਾ। ਹੁਣ ਕਹਿੰਦੇ ਜੀ ਜਦੋਂ ਪੰਥ ਹੀ ਨਹੀਂ ਲੜ ਰਿਹਾ ਤੇ ਅਸੀਂ ਸਾਰੇ ਸਾਡਾ ਜਰਨੈਲ ਹੀ। ਮੈਂ ਰਾਜਨੀਤੀ ਨਹੀਂ ਕਹਿ ਰਿਹਾ, ਮੈਂ ਸਿਰਫ ਇਹ ਬੋਲਣ ਲੱਗਿਆ ਗੁਰਮੁਖੋ, ਥੋੜੀਆਂ ਜਿਹੀਆਂ ਗੱਲਾਂ ਤਾਂ ਕਰਨ ਲੱਗਿਆ। ਗੁਰੂ ਗੋਬਿੰਦ ਸਿੰਘ ਜਾਣ ਲੱਗਿਆ ਜਿਹੜੀ ਬਖਸ਼ਿਸ਼ ਕਰ ਗਿਆ ਸਾਡੇ ਉੱਤੇ, ਉਹ ਬਖਸ਼ਿਸ਼ ਗਵਾਈ ਕਿੰਨੇ? ਤੁਹਾਨੂੰ ਕੌਣ ਕਹਿੰਦਾ ਸੀ ਸਰਸੇ ਵਾਲੇ ਦੇ ਜਾ ਕੇ ਵੋਟਾਂ ਮੰਗੋ? ਕਹਿੰਦਾ ਸੀ ਕੋਈ ਤੁਹਾਨੂੰ? ਅੱਜ ਤੁਹਾਡਾ ਇੱਕ ਕਿਸੇ ਨੇ ਨਹੀਂ ਕੁਝ ਕੀਤਾ। ਦੱਦਾ ਦੋਸ਼ ਨਾ ਦੇਉ ਕਿਸੇ, ਦੋਸ਼ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ। ਆਓ ਕਿਸੇ ਦਾ ਕੋਈ ਦੋਸ਼ ਨਹੀਂ। ਤੁਸੀਂ ਕਹੀ ਜੋ ਅੱਜ ਭਾਜਪਾ ਸਾਡੇ ਮਗਰ ਪੈ ਗਈ, ਆਮ ਪਾਰਟੀ ਸਾਡੇ ਮਗਰ ਪੈ ਗਈ, ਕਾਂਗਰਸ ਸਾਡੇ ਮਗਰ ਪੈ ਗਈ, ਸਾਨੂੰ ਸ਼੍ਰੋਮਣੀ ਕਮੇਟੀ ਨੂੰ ਗਰਕ ਕਰਦੇ ਲੱਗੇ ਆ। ਕੋਈ ਨਹੀਂ ਕਰਨ ਲੱਗਾ ਗਰਕ ਤੁਹਾਨੂੰ। ਮੇਰਾ ਗੁੱਸਾ ਨਾ ਕਰਿਓ ਜੇ, ਮੈਂ ਤਾਂ ਕਹਿ ਰਿਹਾ ਗੁਰਮੁਖੋ, ਅੰਦਰ ਨੂੰ ਧੂਹ ਪੈਂਦੀ ਹੈ ਜਦੋਂ ਅੱਜ ਅਸੀਂ ਉੱਥੇ ਵੇਖਦੇ ਹਾਂ ਕਿ ਇਹ ਸਾਡੀ ਹਾਲਤ ਪੰਜਾਬ ਵਿੱਚ ਹੋ ਗਈ ਹੈ। ਉਹ ਕੋਈ ਟਾਈਮ ਸੀ ਗਰਜਾ ਸਿੰਘ, ਬੋਤਾ ਸਿੰਘ ਦੋ ਖਲੋ ਗਏ, ਉਹਨਾਂ ਕਿਹਾ ਟੈਕਸ ਦੇ ਕੇ ਜਾਣਾ ਪਊਗਾ ਜਿਹਨੇ ਇੱਧਰ ਦੀ ਲੰਘਣਾ ਹੈ। ਅੱਜ ਸਾਡੀ ਹਾਲਤ ਕਿਉਂ ਹੈ? ਅੱਜ ਜਿਹੜਾ ਮਰਜ਼ੀ ਦੁੱਕੀ ਤਿੱਕੀ ਉੱਠਦਾ ਉਹ ਜਥੇਦਾਰਾਂ ਦੇ ਗੱਲ ਪੈਂਦਾ। ਜਿਹਦਾ ਜਿਹੜਾ ਮਰਜ਼ੀ ਉੱਠਦਾ ਹੈ ਉਹ ਕਹਿੰਦਾ ਆਹ ਪੰਥ ਸਾਡਾ, ਜਥੇਦਾਰ ਨਹੀਂ, ਸਾਡੇ ਮੁਤਾਬਕ ਫੈਸਲੇ ਕਰੋ। ਸਾਡੀ ਹਾਲਤ ਤਾਂ ਇੰਨੀ ਗਰਕ ਗਈ, ਕਦੀ ਇੰਨਾ ਮੈਂ ਤੁਹਾਨੂੰ ਸ਼ੁਰੂ 'ਚ ਕਹਿਤਾ ਮੈਂ ਕਿਸੇ ਪਾਰਟੀ ਦਾ ਬੁਲਾਰਾ ਨਹੀਂ, ਪਰ ਸਾਡਾ ਅਕਾਲੀ ਦਲ ਉਹ ਅਕਾਲੀ ਦਲ ਸੀ ਗੁਰਮੁਖੋ। ਅਕਾਲ ਦਾ ਮਤਲਬ ਆ ਪ੍ਰਮਾਤਮਾ, ਜਿਹੜੇ ਸਿਰਫ ਤੇ ਸਿਰਫ ਅਕਾਲ ਪੁਰਖ ਨੂੰ ਮੰਨਦੇ ਸਨ, ਤੇ ਜਿਹੜੇ ਅਕਾਲ ਪੁਰਖ ਨੂੰ ਮੰਨਦੇ ਸੀ ਗੋਡੀਆਂ ਲਵਾ ਦਿੰਦੇ ਸੀ ਸੈਂਟਰ ਸਰਕਾਰ ਦੀਆਂ। ਅੱਜ ਅਸੀਂ ਅਸੀਂ ਅੱਜ ਚਲੇ ਗਏ ਸਰਸੇ ਵਾਲੇ ਦੇ ਚੇਲੇ ਬਣ ਗਿਆ, ਕੋਈ ਪਨਿਆਰੇ ਵਾਲੇ ਦਾ ਚੇਲਾ ਬਣ ਗਿਆ, ਕੋਈ ਨੂਰ ਮਹਿਲੀ ਦਾ ਚੇਲਾ ਬਣ ਗਿਆ, ਕੋਈ ਕਿਸੇ ਦਾ। ਗੁਰਮੁਖੋ ਜਿਹੜਾ ਇੰਨੇ ਬਲਾਤਕਾਰਾਂ ਵਿੱਚ ਅੰਦਰ ਵੜਿਆ ਬੈਠਾ ਬਾਬਾ ਜੀ ਦਾ ਅੱਜ ਹਾਲਤ ਇਹ ਹੋ ਰਹੀ ਹੈ, ਉਹਦੇ ਡੇਰੇ 'ਚ ਵਿੱਚ ਜਾ ਕੇ ਮੱਥੇ ਟੇਕ ਤੁਸੀਂ ਵੋਟਾਂ ਲਓ
ਤੇ ਕਹੋ ਅਸੀਂ ਪੰਥ ਆ, ਤੁਹਾਡੀ ਦੁਰਦਸ਼ਾ ਕਿਸੇ ਨੇ ਨਹੀਂ ਕੀਤੀ। ਇਹ ਗੁਰੂ ਗੋਬਿੰਦ ਸਿੰਘ ਦੇ ਬੋਲ ਪੂਰੇ ਹੋਏ ਨੇ। ਮੈਂ ਬੋਲ ਸ਼ਰਾਬ ਨਹੀਂ ਕਹਿਣ ਲੱਗਾ। ਮਾਨ ਨੇ ਕਿਹਾ ਜਬਲਾ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ। ਉਹ ਜਿੰਨੀ ਦੇਰ ਨਿਆਰੇ ਰਹੋਗੇ ਮੇਰਾ ਤੇਜ ਪ੍ਰਤਾਪ ਤੁਹਾਡੇ ਨਾਲ ਹੋਵੇਗਾ। ਦੁਨੀਆ ਦੀ ਕੋਈ ਤਾਕਤ ਸਿੱਖਾਂ ਨੂੰ ਖਤਮ ਨਹੀਂ ਕਰ ਸਕੇਗੀ। ਪਰ ਅਗਲੀ ਗੱਲ ਗੁਰੂ ਗੋਬਿੰਦ ਸਿੰਘ ਕਹਿ ਗਏ, ਜਾਵੇ ਗਏ ਵਿਪਰਨ ਕੀ ਰੀਤ, ਮੈਂ ਨਾ ਕਰੂੰ ਇਨ ਕੀ ਪ੍ਰਤੀਤ। ਜਿੱਦਾਂ ਤੁਸੀਂ ਵਿਪਰਾਂ ਦੀਆਂ ਰੀਤਾਂ ਵਿੱਚ ਚਲੇ ਜਾਓਗੇ, ਗੁਰੂ ਗੋਬਿੰਦ ਸਿੰਘ ਨੇ ਕਿਹਾ ਮੈਂ ਆਪਣਾ ਤੇਜ ਪ੍ਰਤਾਪ ਸਾਰਾ ਵਾਪਸ ਲੈ ਲਵਾਂਗਾ। ਸੱਚ ਹੋਇਆ ਵੈਸੇ, ਤੇਜ ਪ੍ਰਤਾਪ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵਾਪਸ ਲੈ ਲਿਆ। ਤਾਂ ਸਾਡੀ ਇਹ ਦੁਰਦਸ਼ਾ ਤੇ ਸਾਡੀ ਇਹ ਹਾਲਤ। ਕੋਈ ਟਾਈਮ ਸੀ ਜਦੋਂ ਸਿੱਖ ਇਹ ਕਹਿੰਦੇ ਸੀ, ਬਾਪੂ ਵੇਖਦਾ ਰਹੀ ਤੂੰ ਬੈਸ ਕੰਢੇ, ਕਿਵੇਂ ਲੜਨ ਗਿਆ ਜੁਝਾਰ ਅਜੀਤ ਤੇਰੇ, ਟੁੱਬੀ ਮਾਰ ਕੇ ਸਰਸਾ ਦੇ ਰੋਡ ਵਿੱਚੋਂ ਕੱਢ ਲਵਾਂਗੇ ਗਮਾਂ ਦੇ ਗੀਤ ਤੇਰੇ। ਇਸ ਕੱਚੀ ਚਮਕੌਰ ਦੀ ਗੜੀ ਮੂਹਰੇ ਕਿਲਾ ਦਿੱਲੀ ਦਾ ਅਸੀਂ ਝੁਕਾ ਦਿਆਂਗੇ। ਝੋਰਾ ਕਰੀ ਨਾ ਕਿਲੇ ਆਨੰਦਪੁਰ ਦਾ, ਕੁੱਲੀ ਕੁੱਲੀ ਨੂੰ ਕਿਲਾ ਬਣਾ ਦਿਆਂਗੇ। ਇਹ ਚੜ੍ਹਦੀ ਕਲਾ ਸੀ ਸਾਡੀ ਉਦੋਂ। ਚੜ੍ਹਦੀ ਕਲਾ ਦੇ ਬੋਲ ਸਰਸਾਨੇ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਪਰਵਾਹ ਨਾ ਕਰੀ, ਇਹ ਜਿਹੜੀਆਂ ਕੁੱਲੀਆਂ ਦਿਸਦੀਆਂ ਬੜੇ ਬੜੇ ਕਿਲੇ ਬਣ ਜਾਣਗੇ। ਔਰ ਬਾਬਾ ਬੰਦਾ ਸਿੰਘ ਬਹਾਦਰ ਨੇ ਕਰਕੇ ਵਿਖਾ ਦਿੱਤਾ। ਉਹ ਗੁਰਮੁਖੋ 8 ਸਾਲ ਮਿਲੇ ਹੋਣ ਤੇ 5 ਸਿੰਘ ਦਿੱਤੇ ਹੋਣ ਤੇ 5 ਤੀਰ ਦਿੱਤੇ ਹੋਣ ਤੇ ਧਰਤੀ ਤੇ ਬਾਬਾ ਬੰਦਾ ਸਿੰਘ ਬਹਾਦਰ ਰਾਜ ਕਾਇਮ ਕਰ ਦੇਵੇ, ਇਹ ਕਿਹੜੀ ਪਾਵਰ ਸੀ? ਕਿ ਬਾਬਾ ਬੰਦਾ ਸਿੰਘ ਬਹਾਦਰ ਕਿਸੇ ਦੇ ਡੇਰੇ ਦਾ ਮੁਖੀ ਸੀਗਾ? ਉਹ ਕਿਸੇ ਡੇਰੇ 'ਚ ਗਿਆ ਸੀ? ਨਹੀਂ, ਡੇਰਾ ਛੱਡ ਕੇ ਗੁਰੂ ਗੋਬਿੰਦ ਸਿੰਘ ਦਾ ਸਿੱਖ ਬਣਿਆ ਸੀ। ਅਸੀਂ ਗੁਰੂ ਛੱਡ ਕੇ ਡੇਰਿਆਂ ਦੇ ਮਗਰ ਲੱਗ ਗਏ, ਉਹ ਡੇਰਾ ਛੱਡ ਕੇ ਗੁਰੂ ਗੋਬਿੰਦ ਸਿੰਘ ਦਾ ਸਿੱਖ ਬਣ ਗਿਆ। ਆਹ ਅਸੀਂ ਕਿਰਪਾ ਜਿਹੜੀ ਵਰਤੀ। ਮੈਂ ਤਾਂ ਕਿਹਾ, ਮੈਂ ਜਦੋਂ ਕਈ ਵਾਰ ਮੈਨੂੰ ਲੱਗਦਾ ਤੁਹਾਨੂੰ ਵੀ ਬਾਬੇ ਨੂੰ ਗਰਮੀ ਆ ਗਈ, ਗਰਮੀ ਨਹੀਂ, ਮੈਨੂੰ ਅਫਸੋਸ ਹੁੰਦਾ, ਉਸ ਵੇਲੇ ਮਨ ਨੂੰ ਦੁੱਖ ਹੁੰਦਾ ਹੈ। ਅਸੀਂ ਏਡੇ ਵੱਡੇ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਹੋਈਏ, ਜਿਹੜਾ ਗੁਰੂ ਗੋਬਿੰਦ ਸਿੰਘ ਆਪਣੇ ਪੁੱਤਰ ਸਾਡੇ ਵਿੱਚੋਂ ਵੇਖਣਾ ਚਾਹੁੰਦਾ। ਏਡੀ ਵੱਡੀ ਬਖਸ਼ਿਸ਼ ਗੁਰੂ ਸਾਹਿਬ ਨੇ ਸਾਨੂੰ ਦਿੱਤੀ ਹੋਵੇ ਤੇ ਅਸੀਂ ਅੱਜ ਗੁਰਮੁਖੋ ਜਿਹੜੀ ਜਿੱਲਣ 'ਚ ਅੱਜ ਫਸ ਗਏ ਹਾਂ, ਇਹ ਤਾਂ ਗੁਰੂ ਸਾਹਿਬ ਕਿਰਪਾ ਕਰਕੇ ਕੱਢ ਦੇਣ ਤੇ ਰਹਿਮਤ ਕਰ ਦੇਣ, ਅਸੀਂ ਨਿਕਲ ਸਕੀਏ। ਨਿਕਲਾਂਗੇ ਉਦੋਂ ਹੀ ਜਦੋਂ ਅਸੀਂ ਗੁਰਮੁਖੋ ਇਸ ਚੀਜ਼ ਤੋਂ ਉੱਪਰ ਉੱਠ ਗਏ ਨਾ ਵੀ ਸਾਡਾ ਕੇਵਲ ਗੁਰੂ ਗ੍ਰੰਥ ਹੈ। ਅਸੀਂ ਕਿਸੇ ਡੇਰੇ ਦੇ ਪੁਜਾਰੀ ਨਹੀਂ, ਕਿਸੇ ਬਾਬੇ ਦੇ ਪੁਜਾਰੀ ਨਹੀਂ। ਜੋ ਮਰਜੀ ਜਿੱਤੀਏ ਚਾਹੇ ਨਾ ਜਿੱਤੀਏ, ਵੋਟਾਂ ਦੀ ਖਾਤਰ ਜਿਹੜਾ ਆਪਣੇ ਆਪ ਨੂੰ ਅਕਾਲੀ ਕਹਿੰਦਾ ਹੈ, ਉਹਨੂੰ ਵੋਟਾਂ ਦੀ ਖਾਤਰ ਕਿਸੇ ਡੇਰੇ 'ਚ ਨਹੀਂ ਜਾਣਾ ਚਾਹੀਦਾ। ਇਹ ਬੜੀ ਵੱਡੀ ਮੈਂ ਗੱਲ ਕਹਿ ਰਿਹਾ, ਕਿਉਂਕਿ ਅਸੀਂ ਅੱਜ ਮਨਾ ਰਹੇ ਗੁਰੂ ਗ੍ਰੰਥ ਸਾਹਿਬ ਦਾ ਗੁਰਤਾ ਗੱਦੀ। ਤੇ ਪੜ੍ਹੀ ਸਾਰੇ ਜਾਂਦੇ ਆ, ਹੁਣ ਪੜ੍ਹਦੇ ਉਹ ਵੀ ਨੇ ਨਾ, ਜਿਹੜੇ ਡੇਰਿਆਂ ਜਾਂਦੇ ਉਹ ਵੀ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਖਲੋ ਕੇ ਕਹੀ ਜਾਂਦੇ ਆ, ਆਗਿਆ ਭਈਆ ਕਾਲ ਕੀ ਤਵੇ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ। ਕਿਉਂ ਪਖੰਡ ਕਰਦੇ ਹੋ? ਗੁਰੂ ਗ੍ਰੰਥ ਸਾਹਿਬ ਨੂੰ ਤੁਸੀਂ ਗੁਰੂ ਮੰਨਿਆ ਹੀ ਨਹੀਂ, ਕਿਉਂ ਐਵੇਂ ਖਲੋ ਕੇ ਗੁਰੂ ਦੇ ਅੱਗੇ ਝੂਠ ਬੋਲੀ ਜਾਂਦੇ ਹੋ ਕਿ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ। ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇ। ਕਿਹੜਾ ਪ੍ਰਗਟ ਗੁਰਾਂ ਦੀ ਦੇ ਮੰਨਦਾ ਬਈ? ਜੇ ਪ੍ਰਗਟ ਗੁਰਾਂ ਦੀ ਦੇ ਹੋਵੇ ਤੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਪੱਗਾਂ ਲੈਣ। ਪ੍ਰਗਟ ਦੇ ਨਹੀਂ ਇਹ ਮੰਨੀ ਅਸੀਂ, ਸਿਰਫ ਤੇ ਸਿਰਫ ਗੁਰਮੁਖੋ। ਮੈਂ ਵੀ ਵੇਚੀਆਂ ਉਹ ਦੇ, ਮੈਂ ਬਾਹਰ ਨਹੀਂ ਆ। ਅਸੀਂ ਸਿਰਫ ਵਿਖਾਵਾ ਕਰ, ਜਦੋਂ ਪ੍ਰਗਟ ਦੇ ਹੋ ਗਈ ਨਾ, ਉਧਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਚੜ੍ਹਦੀਆਂ ਕਲਾ ਕਰਨਗੇ। ਫਿਰ ਗੁਰੂ ਦੀ ਹਜ਼ੂਰੀ 'ਚ ਕਿਸੇ ਦੀ ਬੇਅਦਬੀ ਨਹੀਂ ਹੋਵੇਗੀ ਤੇ ਗੁਰੂ ਦੀ ਹਜ਼ੂਰੀ 'ਚ ਪੱਗਾਂ ਨਹੀਂ ਲੈਣਗੀਆਂ। ਤਾਂ ਜੇ ਪ੍ਰਤੱਖ ਸਮਝਦੇ ਹੋਈਏ ਤੇ ਮੈਂ ਬੇਨਤੀ ਕਰ ਰਿਹਾ, ਆਗਿਆ ਭਈਆ ਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ। ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇ, ਜੋ ਪ੍ਰਭ ਕੋ ਮਿਲਬੋ ਚਾਹੈ ਖੋਜ ਸ਼ਬਦ ਮੈਂ ਲੈ। ਉਹ ਜਿਹੜਾ ਸ਼ਬਦ ਦੀ ਖੋਜ ਤੋਂ ਸ਼ੁਰੂਆਤ ਕੀਤੀ, ਉੱਥੇ ਸਮਾਪਤੀ। ਸ਼ਬਦ ਦੀ ਖੋਜ ਜਿਹਨੂੰ ਗੁਰੂ ਨਾਨਕ ਸਾਹਿਬ ਨੇ ਕਿਹਾ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਮਹਾਰਾਜ ਕਹਿੰਦੇ ਸਾਡਾ ਗੁਰੂ ਸ਼ਬਦ ਹੈ, ਸੁਰਤ ਸਾਡੀ ਚੇਲਾ ਬਣ ਜਾਏ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਚਰਨ ਸ਼ਰਨ ਵਿੱਚ ਆਵਾਂਗੇ ਨਾ ਗੁਰਮੁਖੋ, ਸਾਰੀਆਂ ਰਹਿਮਤਾਂ ਬਖਸ਼ਿਸ਼ਾਂ ਸਿਰਫ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੋਂ ਪ੍ਰਾਪਤ ਹੋਣੀਆਂ ਨੇ। ਜਿਸ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਗੁਰੂ ਗੋਬਿੰਦ ਸਿੰਘ ਸਿਰ ਝੁਕਾ ਕੇ ਕਹਿ ਗਏ ਇਹਨੂੰ ਆਪਣਾ ਗੁਰੂ ਮੰਨਿਓ, ਉਹਨੂੰ ਸਿੱਖ ਪ੍ਰਵਾਨ ਕਰ ਲੈ, ਗੁਰੂ ਦੇ ਬਚਨ ਨੂੰ ਸੱਤ ਕਰਕੇ ਮੰਨ ਲਵੇ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੱਗੇ ਆਪਣਾ ਸਿਰ ਝੁਕਾਵੇ। ਕਿਤੇ ਹੋਰ ਸਿਰ ਝੁਕਾਉਣ ਦੀ ਕੋਈ ਲੋੜ ਨਹੀਂ ਹੈ, ਨਾ ਕਿਸੇ ਨੇ ਹੋਰ ਸਾਨੂੰ ਕੁਝ ਦੇਣਾ ਹੈ। ਸੋ ਸਾਧ ਸੰਗਤ ਜੀ, ਆਪਾਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਗੁਰਤਾ ਗੱਦੀ ਦਿਵਸ ਮਨਾਇਆ। ਸਤਿਗੁਰਾਂ ਦੇ ਗੁਰਤਾ ਗੱਦੀ ਦਿਵਸ ਦੀਆਂ ਆਪ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਜੀ। ਸਮੂਹ ਨਾਨਕ ਨਾਮ ਲੇਵਾ ਸੰਗਤ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਸਤਿਗੁਰਾਂ ਦੇ ਚਰਨ ਪਰਸੇ। ਉਹਨਾਂ ਦੇ ਉਦਮ ਸਦਕਾ ਆਪ ਸੰਗਤਾਂ ਨੇ ਗੁਰੂ ਚਰਨਾਂ 'ਚ ਬੈਠ ਕੇ ਸਤਿਗੁਰੂ ਦਾ ਹਰ ਜਸ ਸਰਵਣ ਕੀਤਾ। ਮੇਰੇ ਕੋਲੋਂ ਵਿਚਾਰ ਕਰਦਿਆਂ ਬੇਅੰਤ ਭੁੱਲਾਂ ਹੋ ਗਈਆਂ। ਆਪ ਜੀ ਨੇ ਭੁੱਲਾਂ ਨਾ ਚਤਾਰਨੀਆਂ। ਜੋ ਸ਼ਬਦ ਗੁਰਮਤਿ ਆਸ਼ੇ ਅਨੁਸਾਰ ਕਹੇ ਗਏ ਹਨ, ਉਹਨਾਂ ਨੂੰ ਆਪਣੇ ਹਿਰਦੇ ਵਿੱਚ ਵਸਾਉਣਾ। ਕੋਈ ਮੇਰੇ ਕੋਲੋਂ ਸ਼ਬਦ ਵੱਧ ਘੱਟ ਗਿਆ ਹੋਵੇ, ਉਸ ਦੀ ਆਪ ਜੀ ਨੇ ਖਿਮਾ ਕਰ ਦੇਣੀ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਆਓ ਗੱਜ ਵੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।